ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਾਰ ਦੇ ਹੁਕਮਾਂ ਅਨੁਸਾਰ ਸ਼ਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਬੰਦ ਹੋ ਜਾਂਦੇ ਹਨ। ਇਸ ਲਈ ਜਿਹਨੇ ਵੀ ਮੱਥਾ ਟੇਕਣਾ ਹੋਵੇ ਉਹਨਾਂ ਨੂੰ ਬੇਨਤੀ ਹੈ ਕੋਈ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਜਾ ਕਰਨ। ਹੁਣ ਜਿਹੜੀ ਕਥਾ ਜਿਹੜੀ ਹੁੰਦੀ ਹੈ ਆਪਣੇ ਆਪਣੇ ਘਰ ਬੈਠ ਕੇ ਉਸ ਨੂੰ ਸੁਣਿਆ ਕਰੋ। ਇੱਥੇ ਗੁਰਦੁਆਰਾ ਸਾਹਿਬ ਆਉਣ ਦੀ ਲੋੜ ਨਹੀਂ ਹੈ, ਖਿਆਲ ਰੱਖਣਾ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 98 ਤੇ ਉੱਤੋਂ ਚੌਥੀ ਪੰਕਤੀ ਹੈ, 2 ਨੰਬਰ ਤੋਂ ਬਾਅਦ। ਅਨੇਕ ਬਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ। ਇੱਕ ਖਿਨ ਹਿਰਦੈ ਸ਼ਾਂਤ ਨ ਆਵੈ, ਜੋਗੀ ਬਹੁੜ ਬਹੁੜ ਉਠਤਾਵੈ ਜੀਓ। ਕਰ ਕਿਰਪਾ ਮੋਹਿ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ। ਪ੍ਰਭ ਅਵਿਨਾਸ਼ੀ ਬਸਿਆ ਕਟ ਭੀਤਰ, ਹਰ ਮੰਗਲ ਨਾਨਕ ਗਾਵੈ ਜੀਓ। ਕਹਿੰਦੇ ਅਨੇਕ ਬਰਖ ਕੀਏ ਜਪ ਤਪ। ਬਰਖ ਮੈਨੇ ਵਰਸ਼, ਸਾਲ, ਅਨੇਕਾਂ ਸਾਲ ਜਪ ਤਪ ਕੀਤੇ। ਗਵਨ ਕੀਆ ਧਰਤੀ ਪਰਮਾਤਾ, ਜੋਗੀ ਅਨੇਕਾਂ ਸਾਲ ਕਹਿੰਦੇ ਜਪ ਤਪ ਕਰਦਾ ਰਿਹਾ। ਗਵਨ ਕੀਆ ਧਰਤੀ ਪਰਮਾਤਾ, ਗਵਨ ਹੁੰਦਾ ਜਾਣਾ, ਧਰਤੀ 'ਤੇ ਇੱਧਰ ਉੱਧਰ ਫਿਰਦਾ ਰਿਹਾ। ਇੱਕ ਖਿਨ ਹਿਰਦੈ ਸ਼ਾਂਤ ਨਾ ਆਵੈ, ਇੱਕ ਸੈਕਿੰਡ ਲਈ ਮਨ ਨੂੰ ਸ਼ਾਂਤੀ ਨਾ ਮਿਲੀ। ਜੋਗੀ ਬਹੁੜ ਬਹੁੜ ਉਠਤਾਵੈ ਜੀਓ। ਜੋਗੀ ਵਾਰੀ ਵਾਰੀ ਬਹੁੜ ਬਹੁੜ ਵਾਰੀ ਵੀ ਸ਼ਾਇਦ ਉੱਥੇ ਗਿਆ ਮਨ ਨੂੰ ਸ਼ਾਂਤੀ ਮਿਲੇ, ਸ਼ਾਇਦ ਉੱਥੇ ਗਿਆ ਮਨ ਨੂੰ ਸ਼ਾਂਤੀ ਮਿਲੇ, ਸ਼ਾਇਦ ਉੱਥੇ ਗਿਆ ਮਿਲੇ। ਇਸ ਤਰ੍ਹਾਂ ਉਹ ਭੱਜਿਆ ਫਿਰਦਾ ਹੈ। ਗੁਰੂ ਮਹਾਰਾਜ ਨੇ ਦੱਸਿਆ ਵੀ ਇਹਨਾਂ ਕੰਮਾਂ ਨਾਲ ਸ਼ਾਂਤੀ ਨਹੀਂ ਮਿਲਦੀ। ਹੁਣ ਕਿਵੇਂ ਮਿਲਦੀ ਹੈ? ਕਰ ਕਿਰਪਾ ਮੋਹਿ ਸਾਧ ਮਿਲਾਇਆ। ਇੱਥੇ ਸਾਧ ਭਾਵ ਗੁਰੂ ਪਰਮਾਤਮਾ ਨੇ ਕਿਰਪਾ ਕੀਤੀ। ਮੋਹਿ ਮੈਨੂੰ ਸਾਧੂ ਨਾਲ ਮਿਲਾ ਦਿੱਤਾ। ਗੁਰੂ ਨਾਲ ਮੇਰਾ ਮੇਲ ਹੋ ਗਿਆ, ਪਰਮਾਤਮਾ ਨੇ ਕਿਰਪਾ ਕੀਤੀ। ਜਦੋਂ ਗੁਰੂ ਮਹਾਰਾਜ ਨਾਲ ਮੇਲ ਹੋਇਆ, ਮਨ ਤਨ ਸੀਤਲ ਧੀਰਜ ਪਾਇਆ। ਮਨ ਤਨ ਨੂੰ ਠੰਡ ਮਿਲੀ, ਧੀਰਜ ਮਿਲਿਆ ਕਿ ਗੁਰੂ ਮਹਾਰਾਜ ਨਾਮ ਦੀ ਦਾਤ ਦਿੱਤੀ। ਨਾਮ ਜਿਹੜਾ ਮਨ ਨੂੰ ਸ਼ਾਂਤ ਕਰਦਾ ਹੈ, ਧੀਰਜ ਦਿੰਦਾ ਹੈ। ਪ੍ਰਭ ਅਵਿਨਾਸ਼ੀ ਬਸਿਆ ਘਟ ਭੀਤਰ। ਪਰਮਾਤਮਾ ਜੋ ਸਦਾ ਰਹਿਣ ਵਾਲਾ, ਅਵਿਨਾਸ਼ੀ ਜੋ ਸਦਾ ਰਹਿਣ ਵਾਲਾ ਹੈ। ਸਦਾ ਰਹਿਣ ਵਾਲਾ ਪਰਮਾਤਮਾ ਹੁਣ ਹਿਰਦੇ 'ਚ ਵਸ ਗਿਆ। ਘਟ ਸਰੀਰ ਨੂੰ ਕਹਿੰਦੇ ਨੇ, ਹਿਰਦੇ ਨੂੰ ਕਹਿੰਦੇ ਨੇ। ਘਟ ਭੀਤਰ ਹਿਰਦੇ ਦੇ ਅੰਦਰ, ਹਿਰਦੇ ਵਿੱਚ ਪਰਮਾਤਮਾ ਜੋ ਅਵਿਨਾਸ਼ੀ ਹੈ, ਜੋ ਸਦਾ ਰਹਿਣ ਵਾਲਾ ਹੈ, ਉਹ ਹੁਣ ਮੇਰੇ ਹਿਰਦੇ 'ਚ ਵਸ ਗਿਆ ਹੈ। ਹਰ ਮੰਗਲ ਨਾਨਕ ਗਾਵੈ ਜੀਓ। ਹੁਣ ਗੁਰੂ ਮਹਾਰਾਜ ਕਹਿੰਦੇ ਮੈਂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹਾਂ। ਮੰਗਲ ਹੁੰਦਾ ਪਰਮਾਤਮਾ ਦੀ ਸਿਫਤ ਸਲਾਹ। ਮੰਗਲ ਮੈਨੇ ਖੁਸ਼ੀ ਹੁੰਦਾ। ਆਪਾਂ ਜਦੋਂ ਖੁਸ਼ ਹੁੰਦੇ ਹਾਂ ਤਾਂ ਹੀ ਕਿਸੇ ਦੀ ਸਿਫਤ ਸਲਾਹ ਕਰਦੇ ਹਾਂ, ਨਹੀਂ ਤਾਂ ਨਿੰਦਿਆ ਕਰਦੇ ਰਹਿੰਦੇ। ਹੁਣ ਕਹਿੰਦੇ ਜਿਹੜਾ ਹੈ ਕਿ ਪਰਮਾਤਮਾ ਹਿਰਦੇ 'ਚ ਵਸ ਗਿਆ ਹੈ। ਹੁਣ ਗੁਰੂ ਮਹਾਰਾਜ ਕੇ ਨਾਨਕ ਕੱਕੇ ਨੂੰ ਔਂਕਲ ਲੱਗੀ ਹੈ। ਇਹ ਗੁਰੂ ਮਹਾਰਾਜ ਆਪਣੇ ਵੱਲੋਂ ਕਹਿੰਦੇ। ਹੁਣ ਨਾਨਕ ਜਿਹੜਾ ਹੈ ਪਾ ਗੁਰੂ ਮਹਾਰਾਜ ਕਹਿੰਦੇ ਮੈਂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ। ਮਾਝ ਮਹਿਲਾ ਪੰਜਵਾਂ। ਪਾਰ ਬ੍ਰਹਮ ਅਪਰੰਪਰ ਦੇਵਾ। ਅਗੰਮ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਇਹਨੂੰ ਅਗਮ ਨਹੀਂ ਪੜ੍ਹਨਾ। ਗੰਮ ਸੰਸਕ੍ਰਿਤ ਕਹਿੰਦੇ ਨੇ ਜਾਣਾ, ਪਹੁੰਚਣਾ। ਅਗੰਮ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ, ਜੇ ਤੱਕ ਸਾਡੀ ਇੰਦਰੀਆਂ ਦੀ ਪਹੁੰਚ ਨਹੀਂ ਹੈ, ਉਹਨੂੰ ਕਹਿੰਦੇ ਨੇ ਅਗੰਮ। ਅਗੋਚਰ, ਅਲਖ, ਅਭੇਵਾ।
ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜੀਓ। ਗੁਰਮੁਖ ਮਧੂਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਦਇਆਲ ਦਮੋਦਰ ਗੁਰਮੁਖ ਪਾਈਐ, ਹੋਰਤ ਕਿਤੈ ਨ ਭਾਂਤੀ ਜੀਓ। ਨਿਰਹਾਰੀ ਕੇਸ਼ਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜਹਿ ਪੈਰਾ। ਗੁਰਮੁਖ ਹਿਰਦੈ ਜਾ ਕੇ ਹਰ ਹਰ, ਸੋਈ ਭਗਤ ਇਕਾਂਤੀ ਜੀਓ। ਅਮੋਘ ਦਰਸ਼ਨ ਬੇਅੰਤ ਅਪਾਰਾ, ਵਡ ਸਮਰੱਥ ਸਦਾ ਦਾਤਾਰਾ। ਗੁਰਮੁਖ ਨਾਮ ਜਪੀਐ ਤਿਤ ਧਰੀਐ, ਗਤ ਨਾਨਕ ਵਿਰਲੀ ਜਾਤੀ ਜੀਓ। ਪੰਚਮ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਅਪਰੰਪਰ ਦੇਵ। ਪਾਰ ਬ੍ਰਹਮ ਇਸ ਸੰਸਾਰ ਤੋਂ ਪਰੋਂ, ਅਪਰੰਪਰ ਜਿਸ ਤੋਂ ਅੱਗੇ ਹੋਰ ਕੁਛ ਨਾ ਹੋਵੇ, ਪਰੇ ਤੋਂ ਪਰੇ। ਦੇਵਾ ਮੈਨੇ ਪਰਮਾਤਮਾ, ਪਰਮਾਤਮਾ ਇਸ ਸੰਸਾਰ ਤੋਂ ਪਰੇ ਹੈ। ਅਪਰੰਪਰ ਉਹ ਇੰਨਾ ਪਰੇ ਹੈ ਕਿ ਉਸ ਤੋਂ ਪਰੇ ਕੁਝ ਹੋਰ ਹੈ ਹੀ ਨਹੀਂ ਹੈ। ਉਹ ਪਰਮਾਤਮਾ ਅਗੰਮ ਹੈ, ਉਹ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ। ਅਗੋਚਰ ਹੈ, ਉਹ ਇੰਦਰੀਆਂ ਦੀ ਪਕੜ 'ਚ ਨਹੀਂ ਆਉਂਦਾ। ਅਲਖ ਹੈ, ਉਹ ਸਮਝ ਦੇ ਵਿੱਚ ਨਹੀਂ ਆਉਂਦਾ। ਅਭੇਵਾ, ਉਹਦਾ ਭੇਦ ਨਹੀਂ ਪਾਇਆ ਜਾ ਸਕਦਾ। ਦੀਨ ਦਿਆਲ ਗੋਪਾਲ ਗੋਬਿੰਦਾ, ਪਰਮਾਤਮਾ ਦੀਨਾਂ 'ਤੇ ਦਇਆ ਕਰਨ ਵਾਲਾ ਹੈ। ਗੋਪਾਲ, ਗੋ ਹੁੰਦੀ ਹੈ ਧਰਤੀ, ਪਾਲ ਬਨੇ ਪਾਲਣ ਵਾਲਾ, ਜੋ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ। ਗੋਬਿੰਦਾ, ਗੋ ਬਨੇ ਸ੍ਰਿਸ਼ਟੀ, ਬਿੰਦਾ ਮੈਨੇ ਜਾਣਨ ਵਾਲਾ, ਜੋ ਸ੍ਰਿਸ਼ਟੀ ਨੂੰ ਜਾਣਨ ਵਾਲਾ ਹੈ। ਹਰ ਧਿਆਵੋ ਗੁਰਮੁਖ ਗਾਤੀ ਜੀਓ। ਗੁਰੂ ਵਾਲੇ ਬਣ ਕੇ ਇਹੋ ਜਿਹੇ ਪਰਮਾਤਮਾ ਦਾ ਨਾਮ ਜਪੋ। ਫਿਰ ਕੀ ਹੈ? ਗਾਤੀ ਜੀਓ। ਪਰਮਾਤਮਾ ਤੁਹਾਡੀ ਗਤੀ ਕਰ ਦੇਵੇਗਾ। ਇਸ ਤਰ੍ਹਾਂ ਮਨੁੱਖ ਦੀ ਫਿਰ ਗਤੀ ਹੋ ਜਾਂਦੀ ਹੈ। ਮਨੁੱਖ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਗਤੀ ਵੀ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਗਤੀ ਉਹ ਹੈ ਕਿ ਮਨੁੱਖ ਭੂਤ ਪ੍ਰੇਤ ਨਹੀਂ ਬਣਦਾ, ਉਹਨੂੰ ਕੋਈ ਅਗਲੀ ਜੂਨੀ ਮਿਲ ਜਾਂਦੀ। ਜੇ ਉਹਨੂੰ ਅਗਲੀ ਜੂਨੀ ਨਾ ਮਿਲੇ ਤਾਂ ਫਿਰ ਉਹ ਭੂਤ ਪ੍ਰੇਤ ਬਣ ਕੇ ਫਿਰੀ ਜਾਂਦਾ ਹੈ। ਹੁਣ ਜਦ ਅਗਲੀ ਜੂਨੀ ਮਿਲ ਜਾਂਦੀ ਹੈ, ਕਹਿੰਦੇ ਜੀ ਉਸਦੀ ਗਤੀ ਹੋ ਗਈ ਹੈ। ਇੱਕ ਗਤੀ ਉਹ ਹੈ ਜਦੋਂ ਜਿਉਂਦੇ ਜੀ ਹੀ ਮੁਕਤ ਹੋ ਜਾਣਾ। ਸੋ ਗੁਰੂ ਦੇ ਰਾਹੀਂ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਗਾਤੀ ਜੀਓ, ਪਰਮਾਤਮਾ ਉਹਦੀ ਗਤੀ ਕਰ ਦਿੰਦਾ, ਉਹਨੂੰ ਮੁਕਤ ਕਰ ਦਿੰਦਾ। ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਸਿੱਖ ਧਰਮ 'ਚ ਅਸਲ ਇਸ ਮੁਕਤੀ ਨੂੰ ਮਹਾਨਤਾ ਦਿੱਤੀ ਗਈ ਹੈ ਕਿ ਤੁਹਾਡਾ ਦੁਬਾਰਾ ਜਨਮ ਹੀ ਨਾ ਹੋਵੇ। ਇਸ ਲਈ ਕਹਿੰਦੇ ਉਹ ਪਰਮਾਤਮਾ ਜੋ ਪਾਰ ਬ੍ਰਹਮ ਹੈ, ਜੋ ਸ੍ਰਿਸ਼ਟੀ ਤੋਂ ਪਰਾਂ ਹੈ, ਅਪਰੰਪਰ ਹੈ, ਜੋ ਪਰੇ ਤੋਂ ਪਰੇ ਹੈ, ਜੋ ਅਗੰਮ ਅਪਹੁੰਚ ਹੈ, ਅਗੋਚਰ ਅਪਕੜ ਹੈ, ਅਲਖ ਜੋ ਸਮਝ ਤੋਂ ਬਾਹਰ ਹੈ, ਅਭੇਵਾ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ, ਜੋ ਦੀਨਾਂ 'ਤੇ ਦਇਆ ਕਰਨ ਵਾਲਾ ਹੈ, ਗੋਪਾਲ ਜੋ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਹੈ, ਗੋਬਿੰਦਾ ਜੋ ਸਾਰੀ ਸ੍ਰਿਸ਼ਟੀ ਨੂੰ ਜਾਣਦਾ ਹੈ। ਇਹੋ ਜਿਹੇ ਪਰਮਾਤਮਾ ਨੂੰ ਗੁਰੂ ਰਾਹੀਂ ਕਹਿੰਦੇ ਨਾਮ ਜਪੋ ਅਤੇ ਫਿਰ ਤੁਹਾਡੀ ਗਤੀ ਹੋ ਜਾਵੇਗੀ। ਗੁਰਮੁਖ ਮਧੂਸੂਦਨ ਨਿਸਤਾਰੇ। ਮਧੂਸੂਦਨ ਪਰਮਾਤਮਾ ਨੂੰ ਕਿਹਾ ਸਿੱਖ ਧਰਮ 'ਚ। ਪਰਮਾਤਮਾ ਗੁਰੂ ਰਾਹੀਂ ਇਨ ਜੀਵਾਂ ਦਾ ਪਾਰ ਉਤਾਰਾ ਕਰਦਾ ਹੈ। ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਗੁਰੂ ਰਾਹੀਂ ਮਨੁੱਖ ਕ੍ਰਿਸ਼ਨ ਮੁਰਾਰੇ ਪਰਮਾਤਮਾ। ਜਿਹੜਾ ਗੁਰਮੁਖ ਹੁੰਦਾ ਹੈ, ਪਰਮਾਤਮਾ ਉਹਦਾ ਸੰਗੀ ਹੋ ਜਾਂਦਾ, ਹਮੇਸ਼ਾ ਨਾਲ ਰਹਿੰਦਾ ਹੈ। ਸੰਗੀ ਉਹੀ ਹੈ ਜਿਹੜੇ ਨਾਲ ਸੰਗ ਰਹੇ, ਨਾਲ ਰਹੇ। ਦਇਆਲ ਦਮੋਦਰ ਗੁਰਮੁਖ ਪਾਈਏ। ਉਹ ਪਰਮਾਤਮਾ ਜੋ ਦਿਆਲੂ ਹੈ, ਦਮੋਦਰ ਪਰਮਾਤਮਾ ਨੂੰ ਕਹਿੰਦੇ ਨੇ।
ਉਹ ਪਰਮਾਤਮਾ ਜੋ ਦਿਆਲੂ ਹੈ, ਗੁਰਮੁਖ ਪਾਈਏ, ਉਹਨੂੰ ਗੁਰੂ ਦੇ ਰਾਹੀਂ ਹੀ ਪਾਇਆ ਜਾ ਸਕਦਾ ਹੈ। ਹੋਰ ਤੇ ਕਿਤੇ ਨਾ ਭਾਂਤੀ ਜੀਓ, ਭਾਂਤ ਹੁੰਦਾ ਤਰੀਕਾ, ਹੋਰ ਤੇ ਕਿਤੇ ਨਾ ਭਾਂਤੀ ਜੀਓ, ਹੋਰ ਕਿਸੇ ਤਰੀਕੇ ਨਾਲ ਉਸ ਨੂੰ ਪਾਇਆ ਨਹੀਂ ਜਾ ਸਕਦਾ। ਉਹਨੂੰ ਗੁਰੂ ਦੇ ਰਾਹੀਂ ਹੀ ਪਾਇਆ ਜਾ ਸਕਦਾ ਹੈ। ਨਿਰਹਾਰੀ ਕੇਸ਼ਵ ਨਿਰਵੈਰਾ, ਕੇਸ਼ਵ ਮੈਨੇ ਪਰਮਾਤਮਾ, ਨਿਰਹਾਰੀ ਦਾ ਨਿਰ ਆਹਾਰੀ, ਜਿਹੜਾ ਕੋਈ ਖਾਵੇ ਪੀਵੇ ਨਾ, ਉਹਨੂੰ ਨਿਰ ਆਹਾਰੀ ਕਹਿੰਦੇ। ਨਿਰਵੈਰਾ, ਜਿਹਦਾ ਕਿਸੇ ਨਾਲ ਵੈਰ ਹੀ ਨਾ ਹੋਵੇ। ਪਰਮਾਤਮਾ ਕੁਝ ਖਾਂਦਾ ਪੀਂਦਾ ਨਹੀਂ ਹੈ, ਉਹ ਨਿਰ ਆਹਾਰੀ ਹੈ, ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਕੋਟ ਜਨਾ ਜਾ ਕੇ ਪੂਜੈ ਪੈਰਾ, ਜਾ ਕੇ ਮੈਨੇ ਜਿਸ ਦੇ, ਕਰੋੜਾਂ ਲੋਕ ਜਿਸ ਦੇ ਚਰਨਾਂ ਨੂੰ ਪੂਜਦੇ ਹਨ। ਪੂਜੈ ਪੈਰਾ, ਪੈਰਾ ਪੈਰ ਭਵ ਚਰਨ, ਜੇ ਕਰੋੜਾਂ ਲੋਕ ਜਿਹਦੇ ਚਰਨਾਂ ਨੂੰ ਪੂਜਦੇ ਹਨ। ਗੁਰਮੁਖ ਹਿਰਦੈ ਜਾ ਕੇ ਹਰ ਹਰ, ਗੁਰੂ ਰਾਹੀਂ ਜਿਸ ਦੇ ਹਿਰਦੇ 'ਚ ਪਰਮਾਤਮਾ ਵਸ ਜਾਂਦਾ ਨਾ, ਸੋਈ ਭਗਤ ਇਕਾਂਤੀ ਜੀਓ। ਇਕਾਂਤੀ ਹੁੰਦਾ ਨਿਰਲੇਪ, ਉਹ ਅਸਲ ਭਗਤ ਨਿਰਲੇਪ ਹੁੰਦਾ ਹੈ। ਉਹ ਮਾਇਆ ਮੋਹ ਤੋਂ ਉੱਪਰ ਉੱਠ ਚੁੱਕਾ ਹੁੰਦਾ ਹੈ। ਕਿਉਂਕਿ ਜਿੰਨਾ ਚਿਰ ਮਨੁੱਖ ਨਿਰਲੇਪ ਨਹੀਂ ਹੁੰਦਾ, ਇਹ ਮੁਕਤ ਨਹੀਂ ਹੁੰਦਾ। ਫਿਰ ਜਦੋਂ ਇੱਛਾ ਹੀ ਕੋਈ ਨਹੀਂ ਰਹੇਗੀ। ਹੁਣ ਜਿਹੜੇ ਬੁੱਧ ਧਰਮ ਵਾਲੇ ਜਾਂ ਜੈਨ ਧਰਮ ਵਾਲੇ ਨਿਰਵਾਣ ਪਦ ਵਰਤਦੇ ਨੇ, ਉਹ ਅਵਸਥਾ ਜਿੱਥੇ ਜਾ ਕੇ ਕੋਈ ਇੱਛਾ ਹੀ ਨਹੀਂ ਰਹਿੰਦੀ। ਜਦੋਂ ਮਨੁੱਖ ਇੱਛਾ ਰਹਿਤ ਹੋ ਜਾਂਦਾ ਹੈ, ਅਸਲ 'ਚ ਉਦੋਂ ਹੀ ਇਹਨੂੰ ਪਰਮਾਤਮਾ ਮਿਲਦਾ। ਜਿੰਨਾ ਚਿਰ ਕੋਈ ਇੱਛਾ ਹੈ, ਜਨਮ ਲੈਂਦਾ ਹੀ ਰਹਿੰਦਾ ਵਾਰੀ ਵਾਰੀ, ਭਾਵੇਂ ਜਿੰਨੀ ਮਰਜ਼ੀ ਭਜਨ ਬੰਦਗੀ ਕਰ ਲਏ। ਅਗਰ ਮਨ 'ਚ ਕੋਈ ਇੱਛਾ ਹੈ, ਤੈਨੂੰ ਦੁਬਾਰਾ ਜਨਮ ਲੈਣਾ ਪਏਗਾ। ਉਸ ਇੱਛਾ ਲਈ ਦੁਬਾਰਾ ਜਨਮ ਲੈਣਾ ਪਏਗਾ। ਇਤਿਹਾਸ ਇਸ ਦਾ ਗਵਾਹ ਹੈ। ਜਦੋਂ 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਜ਼ੂਰ ਸਾਹਿਬ ਗਏ, ਉੱਥੇ ਮਾਧੋ ਦਾਸ ਨਾਮ ਦਾ ਮੇਲਾ, ਜਿਹੜਾ ਬਾਅਦ 'ਚ ਬੰਦਾ ਬਹਾਦਰ ਬਣੇ। ਇੱਕ ਦੇ ਗੱਲਾਂ ਕਰ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਬਈ ਮਾਧੋ ਦਾਸ ਤੇਰੇ ਗੁਰੂ ਦਾ ਕੀ ਨਾਂ ਸੀ? ਕਹਿੰਦੇ ਜੀ ਔਗੜਨਾਥ। ਕਹਿੰਦੇ ਭਾਈ ਉਹ ਕਿੱਥੇ ਹੋਵੇਗਾ? ਕਹਿੰਦੇ ਜੀ ਬਹੁਤ ਭਜਨ ਬੰਦਗੀ ਕਰਦੇ ਸਨ, ਉਹ ਜੇ ਸੱਚਖੰਡ ਨਹੀਂ ਤਾਂ ਸਵਰਗ 'ਚ ਜ਼ਰੂਰ ਹੋਣਗੇ। ਦਸਮ ਪਾਤਸ਼ਾਹ ਨੇ ਦਿਵ ਦ੍ਰਿਸ਼ਟੀ ਨਾਲ ਵੇਖਿਆ। ਕਹਿੰਦੇ ਬਈ ਮਾਧੋ ਦਾਸ, ਤੇਰਾ ਗੁਰੂ ਨਾ ਸੱਚਖੰਡ 'ਚ ਹੈ ਅਤੇ ਨਾ ਸਵਰਗ ਦੇ ਵਿੱਚ ਹੈ। ਕਹਿੰਦੇ ਕਿੱਥੇ ਹੈ? ਕਹਿੰਦੇ ਉਹ ਤਾਂ ਬਿਲ ਦਾ ਕੀੜਾ ਬਣਿਆ ਹੋਇਆ ਹੈ, ਉਹ ਤਾਂ ਹੱਕਾ ਬੱਕਾ ਰਹਿ ਗਿਆ। ਕਹਿੰਦੇ ਮੈਨੂੰ ਤਾਂ ਵਿਸ਼ਵਾਸ ਨਹੀਂ ਆਉਂਦਾ। ਕਹਿੰਦੇ ਉਹ ਵੇਖ ਸਾਹਮਣੇ ਬਿਲ ਦਾ ਦਰਖਤ ਹੈ ਨਾ? ਕਹਿੰਦੇ ਹਾਂਜੀ। ਗੁਰੂ ਨੇ ਤੀਰ ਮਾਰਿਆ, ਇੱਕ ਬਿਲ ਹੇਠਾਂ ਡਿੱਗ ਪਿਆ। ਉਹ ਤੀਰ ਨਾਲ ਜਿਹੜੀ ਮੋਰੀ ਹੋ ਗਈ ਬਿਲ ਦੇ ਵਿੱਚ, ਕਹਿੰਦੇ ਮਾਧੋ ਦਾਸ ਉਹ ਬਿਲ ਚੁੱਕ ਕੇ ਲਿਆ। ਆਪ ਜੀ ਨੇ ਕਈ ਵਾਰ ਦਾ ਜੂਸ ਪੀਤਾ ਹੁਣ। ਕਹਿੰਦੇ ਉਹ ਚੱਕ ਕੇ ਲਿਆ। ਕਹਿੰਦੇ ਜਿਹੜੀ ਇਹ ਮੋਰੀ ਹੋਈ ਨਾ, ਇਹਦੇ 'ਚ ਵੇਖ। ਕਹਿੰਦੇ ਜੀ ਕੀੜਾ ਤਾਂ ਹੈ ਇਸ ਦੇ ਵਿੱਚ, ਪਰ ਮੈਨੂੰ ਕੀ ਵਿਸ਼ਵਾਸ ਹੋਵੇ ਇਹ ਮੇਰਾ ਗੁਰੂ ਹੈ? ਦਸਮ ਪਾਤਸ਼ਾਹ ਦੇ ਸਿਰ 'ਤੇ ਤੀਰ ਰੱਖਿਆ, ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਵੇਖਦਾ ਇਹ ਤਾਂ ਮੇਰਾ ਗੁਰੂ ਹੈ। ਕਹਿੰਦੇ ਹੁਣ ਆਪਣੇ ਗੁਰੂ ਨੂੰ ਪੁੱਛ ਵੀ ਤੁਸੀਂ ਬਿਲ ਦਾ ਕੀੜਾ ਕਿਵੇਂ ਬਣੇ? ਤੁਸੀਂ ਤਾਂ ਇੰਨੀ ਭਜਨ ਬੰਦਗੀ ਕਰਦੇ ਸੀ। ਤਾਂ ਉਹਦਾ ਗੁਰੂ ਨੂੰ ਕਹਿੰਦਾ ਵੀ ਮਾਧੋ ਦਾਸ, ਜਦੋਂ ਮੈਂ ਮਰਨ ਲੱਗਾ ਸੀ, ਮੇਰੀ ਮੰਜੀ ਇੱਥੇ ਹੀ ਢੂੰਡਾਈ ਸੀ ਜਿੱਥੇ ਤੁਸੀਂ ਖੜ੍ਹੇ ਹੋ, ਅਤੇ ਮੇਰਾ ਮੂੰਹ ਇਸ ਬਿਲ ਦੇ ਦਰਖਤ ਵੱਲ ਸੀ। ਮਰਨ ਵੇਲੇ ਮੈਨੂੰ ਅਚਾਨਕ ਖਿਆਲ ਆਇਆ ਵੀ ਔਗੜਨਾਥ, ਤੂੰ ਕਦੇ ਬਿਲ ਹੀ ਨਹੀਂ ਖਾ ਕੇ ਦੇਖਿਆ? ਬਸ ਇੰਨਾ ਮੈਂ ਕਿਹਾ ਅਤੇ ਮੇਰੀ ਜਾਨ ਨਿਕਲ ਗਈ ਹੈ, ਕਿਉਂਕਿ ਬਿਲ ਖਾਣ ਦੀ ਇੱਛਾ ਰਹਿ ਗਈ, ਇਸ ਲਈ ਮੈਂ ਬਿਲ ਦਾ ਕੀੜਾ ਬਣਿਆ ਹੋਇਆ ਅਤੇ ਬਿਲ ਖਾ ਰਿਹਾ ਹਾਂ। ਹੁਣ ਕਹਿੰਦਾ ਗੁਰੂ ਮਹਾਰਾਜ ਨੂੰ ਬੇਨਤੀ ਕਰ, ਮੈਨੂੰ ਮੁਕਤ ਕਰਨ। ਫਿਰ ਗੁਰੂ ਮਹਾਰਾਜ ਨੇ
ਕਿਰਪਾ ਕੀਤੀ, ਫਿਰ ਔਗਣਨਾਥ ਉਸ ਕੀੜੇ ਜੂਨੀ ਤੋਂ ਮੁਕਤ ਹੋ ਗਿਆ। ਸੋ ਜਿੰਨਾ ਚਿਰ ਮਨੁੱਖ ਦੇ ਅੰਦਰ ਕੋਈ ਵੀ ਇੱਛਾ ਹੈ ਮਰਨ ਵੇਲੇ, ਉਹ ਮੁੜ ਮੁੜ ਕੇ ਜਨਮ ਲੈਂਦਾ ਰਹੇਗਾ। ਜਦੋਂ ਇੱਛਾ ਰਹਿਤ ਹੋ ਜਾਏਗਾ, ਫਿਰ ਉਹਦਾ ਦੁਬਾਰਾ ਜਨਮ ਨਹੀਂ ਹੁੰਦਾ। ਤਾਂ ਗੁਰੂ ਮਹਾਰਾਜ ਕਹਿੰਦੇ ਉਹੀ ਭਗਤ ਇਕਾਂਤੀ ਹੈ, ਉਹੀ ਭਗਤ ਨਿਰਲੇਪ ਹੈ, ਜਿਹਦੇ ਹਿਰਦੇ 'ਚ ਪਰਮਾਤਮਾ ਵਸ ਗਿਆ ਹੈ। ਉਹ ਨਿਰਲੇਪ ਹੋ ਜਾਂਦਾ ਹੈ, ਉਹਦੇ ਦੇ ਮੋਹ ਮਾਇਆ ਖਤਮ ਹੋ ਜਾਂਦੀ ਹੈ। ਅਮੋਘ ਦਰਸ਼ਨ ਬੇਅੰਤ ਅਪਾਰਾ, ਜੋ ਪਰਮਾਤਮਾ ਹੈ, ਜੋ ਬੇਅੰਤ ਹੈ, ਅਪਾਰਾ, ਜਿਹਦਾ ਪਰਲਾ ਬਣਨਾ ਹੀ ਨਹੀਂ ਹੈ, ਕੋਈ ਐਂਡ ਹੀ ਨਹੀਂ ਜਿਹਦਾ, ਜੋ ਅਪਾਰ ਹੈ, ਜੋ ਬੇਅੰਤ ਹੈ, ਉਹ ਜਿਹੜੇ ਦਰਸ਼ਨ ਨੇ ਅਮੋਘ। ਅਮੋਘ ਹੁੰਦਾ ਜਿਹੜੇ ਫਲ ਦਿੰਦੇ ਨੇ। ਪਰਮਾਤਮਾ ਜਿਹੜੇ ਦਰਸ਼ਨ ਨੇ ਇਹ ਹਮੇਸ਼ਾ ਫਲ ਦਿੰਦੇ, ਦਰਸ਼ਨਾਂ ਦਾ ਫਲ ਮਿਲਦਾ ਹੈ। ਅਮੋਘ ਹੁੰਦਾ ਜਿਹਨੂੰ ਦਰਸ਼ਨਾਂ ਦਾ ਫਲ ਮਿਲੇ। ਅਮੋਘ ਦਰਸ਼ਨ ਬੇਅੰਤ ਅਪਾਰਾ, ਪਰਮਾਤਮਾ ਜਿਹੜੇ ਦਰਸ਼ਨ ਨੇ ਇਹ ਫਲਦਾਇਕ ਹਨ, ਐਵੇਂ ਨਹੀਂ ਜਾਂਦੇ। ਵਡ ਸਮਰੱਥ ਸਦਾ ਦਾਤਾਰ, ਉਹ ਬਹੁਤ ਵੱਡੀ ਸਮਰੱਥਾ ਵਾਲਾ ਹੈ ਅਤੇ ਸਦਾ ਹੀ ਦਾਤਾ ਹੈ, ਸਦਾ ਹੀ ਦਾਤਾ ਦਿੰਦਾ, ਕਿਉਂਕਿ ਦਾਤਾਰਾ ਹੈ, ਉਹ ਦਾਤਾ ਹੈ ਅਤੇ ਸਦਾ ਹੀ ਦਾਤਾ ਰਹਿੰਦਾ, ਸਦਾ ਹੀ ਦਾਤਾ ਦਿੰਦਾ ਹੈ। ਗੁਰਮੁਖ ਨਾਮ ਜਪੀਏ ਤਿਤ ਧਰੀਏ, ਜਿਹੜਾ ਗੁਰੂ ਵਾਲਾ ਬਣ ਕੇ ਨਾਮ ਜਪਦਾ ਉਹ ਤਰ ਜਾਂਦਾ। ਫਿਰ ਗਤ ਨਾਨਕ ਵਿਰਲੀ ਜਾਤੀ ਜੀ, ਗਤ ਹੁੰਦੀ ਹੈ ਅਵਸਥਾ, ਪਰਮਾਤਮਾ ਦੀ ਅਵਸਥਾ ਨੂੰ ਵਿਰਲੀ, ਵਿਰਲਿਆਂ ਟਾਵੀਆਂ ਨੇ। ਪਰਮਾਤਮਾ ਦੀ ਅਵਸਥਾ ਨੂੰ ਵਿਰਲੇ ਟਾਵੇਂ ਜਾਣਦੇ ਹਨ। ਹਰ ਇੱਕ ਨੂੰ ਨਹੀਂ ਪਤਾ ਪਰਮਾਤਮਾ ਦੀ ਕਿੰਨੀ ਉੱਚੀ ਅਵਸਥਾ ਹੈ, ਉਹ ਵਿਰਲੇ ਟਾਵੇਂ ਜਾਣਦੇ ਨੇ। ਅੱਗੇ ਕਹਿੰਦੇ ਮਾਝ ਮਹਿਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਇਸ ਮੈਂ ਦੀ ਭਾਵਨਾ ਇਸ ਕਰਕੇ। ਭਾਣੇ ਉਜੜ ਭਾਣੇ ਰਾਹ, ਭਾਣੇ ਹਰ ਗੁਣ ਗੁਰਮੁਖ ਗਵਾਹ, ਭਾਣੇ ਭਰਮ ਭਵੈ ਬਹੁ ਜੂਨੀ, ਜੂਨੀ ਨੰਨਨ ਬੈਰੀ ਬਿੰਦੀ, ਭਾਣੇ ਭਰਮ ਭਵੈ ਬਹੁ ਜੂਨੀ, ਸਭ ਕੁਝ ਤਿਸੈ ਰਜ਼ਾਈ ਜੀਓ। ਜੱਜੇ ਦੇ ਪੈਰ 'ਚ ਬਿੰਦੀ ਲੱਗ ਪੰਨੇ, ਇਹ ਫਾਰਸੀ ਦਾ ਸ਼ਬਦ ਹੈ ਰਜ਼ਾਈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ, ਅਗੰਮ ਅਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨ ਜਾਈ ਜੀਓ। ਖਾਕ ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ, ਇਹ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਮਿੱਟੀ। ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖਤ ਮਨ ਅਗਾਵੈ, ਨਾਨਕ ਮਿਲਨ ਸੁਭਾਈ ਜੀਓ। ਪੰਚਮ ਪਾਤਸ਼ਾਹ ਕਹਿੰਦੇ ਕਹਿਆ ਕਰਨਾ ਦਿੱਤਾ ਲੈਣਾ, ਹੇ ਪਰਮਾਤਮਾ ਜੋ ਤੂੰ ਕਹਿੰਦਾ ਹੈ ਉਹੀ ਅਸੀਂ ਕਰਦੇ ਹਾਂ, ਜੋ ਤੂੰ ਦਿੰਦਾ ਹੈ ਉਹੀ ਅਸੀਂ ਲੈਂਦੇ ਹਾਂ। ਗਰੀਬਾਂ ਅਨਾਥਾਂ ਤੇਰਾ ਮਾਣ, ਗਰੀਬਾਂ ਨੂੰ ਅਨਾਥਾਂ ਨੂੰ ਤੇਰੇ 'ਤੇ ਹੀ ਮਾਣ ਹੈ। ਗਰੀਬਾਂ ਅਤੇ ਅਨਾਥਾਂ ਨੂੰ ਤੇਰੇ 'ਤੇ ਮਾਣ ਹੈ, ਕਿਉਂਕਿ ਹੋਰ ਤਾਂ ਕੋਈ ਸਹਾਇਤਾ ਕਰਨ ਨੂੰ ਤਿਆਰ ਹੀ ਨਹੀਂ ਹੁੰਦਾ। ਗਰੀਬ ਦੀ ਅਨਾਥ ਦੀ ਕੋਈ ਸਹਾਇਤਾ ਨਹੀਂ ਕਰਦਾ ਹੈਗਾ, ਇਸ ਲਈ ਉਹਨਾਂ ਨੂੰ ਤਾਂ ਪਰਮਾਤਮਾ 'ਤੇ ਮਾਣ ਹੈ ਵੀ ਉਹੀ ਸਾਨੂੰ ਸਭ ਕੁਝ ਦੇਵੇਗਾ। ਸਭ ਕੁਛ ਤੂੰ ਹੈ ਮੇਰੇ ਪਿਆਰੇ, ਹੇ ਮੇਰੇ ਪਿਆਰੇ ਪ੍ਰਭੂ ਸਭ ਕੁਝ ਤੂੰ ਹੀ ਹੈ। ਤੇਰੀ ਕੁਦਰਤ ਕੋ ਬਲ ਜਾਈ ਜੀਓ, ਮੈਂ ਤੇਰੀ ਕੁਦਰਤ ਤੋਂ ਬਲਿਹਾਰ ਜਾਂਦਾ ਹਾਂ। ਜਾਈ ਮੈਨੇ ਜਾਂਦਾ ਹਾਂ, ਮੈਂ ਤੇਰੀ ਕੁਦਰਤ ਤੋਂ ਬਲਿਹਾਰ ਜਾਂਦਾ ਹਾਂ।
ਭਾਣੇ ਉਜੜ ਭਾਣੇ ਰਹਾ। ਤੇਰੀ ਮਰਜ਼ੀ ਦੇ ਅਨੁਸਾਰ ਕੋਈ ਪੁੱਠੇ ਰਾਹ ਪਿਆ ਹੋਇਆ ਹੈ, ਭਾਣੇ ਰਾਹ। ਤੇਰੀ ਮਰਜ਼ੀ ਦੇ ਅਨੁਸਾਰ ਕੋਈ ਸਿੱਧੇ ਰਾਹ 'ਤੇ ਚੱਲ ਰਿਹਾ, ਕੋਈ ਪੁੱਠੇ ਰਾਹ 'ਤੇ ਚੱਲ ਰਿਹਾ, ਕੋਈ ਸਿੱਧੇ ਰਾਹ 'ਤੇ ਚੱਲ ਰਿਹਾ ਹੈ। ਭਾਣੇ ਹਰ ਗੁਣ ਗੁਰਮੁਖ ਗਾਵਾ। ਤੇ ਕੋਈ ਤੇਰੀ ਮਰਜ਼ੀ ਦੇ ਅਨੁਸਾਰ ਗੁਰਮੁਖ ਬਣ ਕੇ ਤੇਰੇ ਗੁਣ ਗਾਉਂਦਾ ਹੈ। ਭਾਣੇ ਭਰਮ ਭਵੈ ਬਹੁ ਜੂਨੀ। ਤੇਰੇ ਭਾਣੇ ਦੇ ਅਨੁਸਾਰ ਹੀ ਕੋਈ ਭਰਮਾਂ 'ਚ ਪੈ ਕੇ ਜੂਨੀਆਂ 'ਚ ਭਟਕਦਾ ਰਹਿੰਦਾ ਹੈ। ਭਰਮ ਪੈਦਾ ਅੰਦਰ ਹੋ ਜਾਂਦਾ ਹੈ। ਭਵੈ ਬਹੁ ਜੂਨੀ, ਬਹੁ ਜੂਨੀਆਂ 'ਚ ਭਟਕਦਾ ਰਹਿੰਦਾ ਹੈ। ਸਭ ਕੁਛ ਤਿਸੈ ਰਜ਼ਾਈ ਜੀਓ। ਇਹ ਸਾਰਾ ਕੁਛ ਉਸਦੀ ਰਜ਼ਾ ਅਨੁਸਾਰ ਹੋ ਰਿਹਾ ਹੈ। ਰਜ਼ਾਈ, ਰਜ਼ਾ ਅਨੁਸਾਰ, ਮਰਜ਼ੀ ਅਨੁਸਾਰ। ਸਭ ਕੁਝ ਉਹਦੀ ਮਰਜ਼ੀ ਅਨੁਸਾਰ ਹੁੰਦਾ ਹੈ। ਸਾਡੀ ਮਰਜ਼ੀ ਨਹੀਂ ਚੱਲਦੀ। ਅਸੀਂ ਤਾਂ ਬਹੁਤ ਕੁਝ ਚਾਹੁੰਦੇ ਹਾਂ, ਹੁੰਦਾ ਉਹੀ ਹੈ ਜੋ ਪਰਮਾਤਮਾ ਚਾਹੁੰਦਾ। ਗੁਰੂ ਨੇ ਕਹਿੰਦੇ ਵੀ ਬੰਦਾ ਸੋਚਦਾ ਮੈਂ ਸਵੇਰੇ ਪੂਰਬ ਨੂੰ ਜਾਵਾਂਗਾ, ਪਰਮਾਤਮਾ ਨੂੰ ਪੱਛਮ ਵੱਲ ਨੂੰ ਲੈ ਜਾਂਦਾ ਹੈ। ਸੋ ਇਸ ਲਈ ਬੰਦਾ ਉਹੀ ਕੁਛ ਕਰ ਰਿਹਾ ਜੋ ਪਰਮਾਤਮਾ ਉਸ ਤੋਂ ਕਰਾ ਰਿਹਾ ਹੈ। ਨਾ ਕੋ ਮੂਰਖ ਨਾ ਕੋ ਸਿਆਣ। ਆਪਣੇ ਆਪ ਦੇ ਵਿੱਚ ਨਾ ਕੋਈ ਮੂਰਖ ਹੈ ਨਾ ਕੋਈ ਸਿਆਣਾ। ਜੇ ਕੋਈ ਬੰਦਾ ਆਪਣੇ ਆਪ ਨੂੰ ਸਿਆਣਾ ਸਮਝਦਾ ਤਾਂ ਪਰਮਾਤਮਾ ਦਾ ਬਣਾਇਆ ਹੋਇਆ ਸਿਆਣਾ, ਅਤੇ ਜੇ ਕੋਈ ਮੂਰਖ ਹੈ ਤਾਂ ਪਰਮਾਤਮਾ ਨੇ ਉਹਨੂੰ ਮੂਰਖ ਬਣਾਇਆ ਹੋਇਆ ਹੈ। ਅਸੀਂ ਆਪਣੇ ਆਪ 'ਚ ਸਿਆਣੇ ਨਹੀਂ, ਸਾਨੂੰ ਪਰਮਾਤਮਾ ਨੇ ਸਿਆਣਾ ਬਣਾਤਾ, ਕਿਸੇ ਨੂੰ ਮੂਰਖ ਬਣਾਤਾ ਉਸਨੇ। ਇਸ ਆਪਣੇ ਆਪ 'ਚ ਨਾ ਕੋਈ ਮੂਰਖ ਹੈ ਨਾ ਕੋਈ ਸਿਆਣਾ ਹੈ। ਵਰਤੈ ਸਭ ਕੁਝ ਤੇਰਾ ਭਾਣਾ। ਹੇ ਪਰਮਾਤਮਾ, ਤੇਰਾ ਭਾਣਾ ਹੀ ਵਰਤ ਰਿਹਾ, ਤੇਰੀ ਮਰਜ਼ੀ ਹੀ ਚੱਲ ਰਹੀ ਹੈ। ਜਿਵੇਂ ਤੂੰ ਚਾਹੁੰਦਾ ਉਵੇਂ ਹੁੰਦਾ ਹੈ। ਅਗੰਮ ਅਗੋਚਰ ਬੇਅੰਤ ਅਥਾਹ। ਹੇ ਪਰਮਾਤਮਾ, ਤੂੰ ਅਗੰਮ ਹੈ, ਤੇਰੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਅਗੋਚਰ ਹੈ, ਤੈਨੂੰ ਪਕੜਿਆ ਨਹੀਂ ਜਾ ਸਕਦਾ। ਬੇਅੰਤ ਹੈ, ਅਥਾਹ ਹੈ। ਥਾਹ ਹੁੰਦੀ ਹੈ ਡੂੰਘਾਈ, ਅਥਾਹ ਜਿਹਦੀ ਡੂੰਘਾਈ ਦਾ ਪਤਾ ਹੀ ਨਾ ਲੱਗੇ ਕਿੱਡਾ ਵੱਡਾ। ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਤੇਰੀ ਕੀਮਤ ਦੱਸੀ ਹੀ ਨਹੀਂ ਜਾ ਸਕਦੀ, ਕੋਈ ਤੇਰੀ ਕੀਮਤ ਪਾ ਹੀ ਨਹੀਂ ਸਕਦਾ ਹੈ। ਹੁਣ ਬੇਨਤੀ ਕਰਦੇ ਨੇ, ਖਾਕ ਸੰਤਨ ਕੀ ਦੇਹੋ ਪਿਆਰੇ। ਹੇ ਪਿਆਰੇ ਪ੍ਰਭੂ, ਮੈਨੂੰ ਆਪਣੇ ਸੰਤਾਂ ਦੇ ਚਰਨ ਧੂੜ ਦਿਓ। ਖਾਕ ਚਰਨ ਧੂੜ, ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜ ਦਿਓ। ਆਏ ਪਿਆ ਹਰ ਤੇਰੇ ਦੁਆਰੇ। ਹੇ ਪਰਮਾਤਮਾ, ਮੈਂ ਤੇਰੇ ਦਰ 'ਤੇ ਆ ਗਿਆ ਹਾਂ, ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜ ਬਖਸ਼। ਦਰਸ਼ਨ ਪੇਖਤ ਮਨ ਅਗਾਵੇ, ਨਾਨਕ ਮਿਲਨ ਸੁਭਾਈ ਜੀਓ। ਫਿਰ ਤੇਰੇ ਸੰਤਾਂ ਦੇ ਦਰਸ਼ਨ ਕਰਕੇ ਮਨ ਰੱਜ ਜਾਂਦਾ ਹੈ। ਜਦੋਂ ਮਨ ਰੱਜ ਜਾਂਦਾ ਹੈ, ਨਾਨਕ ਮਿਲਨ ਸੁਭਾਈ। ਜੇ ਸੁਭਾਈ ਬਣੇ ਸੌਖਾ, ਫਿਰ ਪਰਮਾਤਮਾ ਨੂੰ ਮਿਲਣਾ ਸੌਖਾ ਹੁੰਦਾ। ਸਹਿਜ ਸੁਭਾਅ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਅੱਗੇ ਕਹਿੰਦੇ ਮਾਝ ਮਹਿਲਾ ਪੰਜਵਾਂ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਵਿਧ ਧਾਵੈ। ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਓ। ਸਤਿਗੁਰ ਮੇਰਾ ਵਡ ਸਮਰਥਾ, ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾ। ਚਿੰਤਾ ਰੋਗ ਗਈ ਹੋਂ ਪੀੜਾ, ਆਪ ਕਰੇ ਪ੍ਰਤਪਾਲਾ ਜੀਓ। ਬਾਰਿਕ ਵਾਂਗੀ ਹੋਂ ਸਭ ਕੁਛ ਮੰਗਾ। ਹੋਂ ਆ ਗਿਆ ਨਾ ਮੈਂ। ਬਾਰਿਕ ਵਾਂਗੀ ਹੂੰ ਸਭ ਕੁਛ ਮੰਗਾ, ਦੇਂਦੇ ਤੋਟ ਨਾਹੀ ਪ੍ਰਭ ਰੰਗਾ। ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਹੋਂ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ।
ਹਿਰਦੈ ਰਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ। ਪੰਚਮ ਪਾਤਸ਼ਾਹ ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਲੱਗਦੇ ਹੀ ਆ ਤਾਂ ਹੈ ਜਦ ਪਰਮਾਤਮਾ ਭੁੱਲਦਾ ਹੈ। ਜਦੋਂ ਪਰਮਾਤਮਾ ਭੁੱਲਦਾ ਹੈ ਫਿਰ ਮਨੁੱਖ ਮਨ ਮਰਜ਼ੀ ਕਰਦਾ ਹੈ। ਜਦੋਂ ਮਨ ਮਰਜ਼ੀ ਕਰਦਾ ਫਿਰ ਇਹ ਪੁੱਠੇ ਕੰਮ ਕਰਦਾ। ਜਦੋਂ ਫਿਰ ਇਹ ਪੁੱਠੇ ਕੰਮ ਕਰਦਾ ਉਹਨਾਂ ਦਾ ਨਤੀਜਾ ਦੁੱਖ ਰੂਪ ਨਿਕਲਦਾ ਹੈ। ਇਸ ਲਈ ਕਿ ਦੁੱਖ ਤਾਂ ਲੱਗਦਾ ਜਦੋਂ ਪਰਮਾਤਮਾ ਭੁੱਲ ਜਾਂਦਾ ਹੈ। ਭੁੱਖ ਵਿਆਪੈ ਬਹੁ ਵਿਧ ਧਾਵੈ। ਇੱਥੇ ਭੁੱਖ ਹੈ ਮਾਇਕ ਪਦਾਰਥਾਂ ਦੀ। ਉਹ ਪਦਾਰਥ ਜਿਹੜੇ ਮਾਇਆ ਨਾਲ ਖਰੀਦੇ ਜਾਂਦੇ ਉਹਨੂੰ ਕਹਿੰਦੇ ਮਾਇਕ ਪਦਾਰਥ। ਇੱਥੇ ਭੁੱਖ ਰੋਟੀ ਵਾਲੀ ਨਹੀਂ ਹੈਗੀ। ਉਹ ਤਾਂ ਸਾਰਿਆਂ ਲੱਗਦੀ ਹੈ। ਉਹ ਤਾਂ ਹਰ ਇੱਕ ਨੂੰ ਲੱਗਦੀ ਹੈ, ਚਾਹੇ ਪੀਰ ਪੈਗੰਬਰ ਕਿਉਂ ਨਾ ਹੋਵੇ। ਇਹ ਇੱਥੇ ਮਾਇਕ ਪਦਾਰਥਾਂ ਦੀ ਭੁੱਖ ਵਿਆਪੈ ਮੈਨੇ ਲੱਗਣਾ। ਉਹਨੂੰ ਮਾਇਕ ਪਦਾਰਥਾਂ ਦੀ ਭੁੱਖ ਲੱਗ ਜਾਂਦੀ ਹੈ ਵੀ ਮੇਰੇ ਕੋਲ ਆਹ ਹੋਵੇ, ਮੇਰੇ ਕੋਲ ਉਹ ਹੋਵੇ, ਆਹ ਹੋਵੇ, ਉਹ ਹੋਵੇ। ਬਹੁ ਵਿਧ ਧਾਵੈ। ਇਸ ਲਈ ਉਹ ਮਾਇਕ ਪਦਾਰਥਾਂ ਲਈ ਅਨੇਕਾਂ ਪਾਸੇ ਅਨੇਕਾਂ ਤਰੀਕਿਆਂ ਨਾਲ ਭੱਜਿਆ ਫਿਰਦਾ। ਬੇਦ ਤਰੀਕਾ ਕਹਿੰਦੇ ਬਹੁਤ ਤਰੀਕਿਆਂ ਨਾਲ ਇੱਧਰ ਉੱਧਰ ਭੱਜਿਆ ਫਿਰਦਾ ਹੈ ਵੀ ਕਿਸੇ ਤਰ੍ਹਾਂ ਮੈਨੂੰ ਮਾਇਆ ਮਿਲ ਜੇ। ਪਰ ਗੁਰੂ ਮਹਾਰਾਜ ਕਹਿੰਦੇ ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀ। ਜਿਸ ਨੂੰ ਪਰਮਾਤਮਾ ਜੋ ਦੀਨਾ ਅਤੇ ਦਇਆ ਕਰਨ ਵਾਲਾ ਹੈ ਆਪਣੀ ਨਾਮ ਦੀ ਦਾਤ ਦਿੰਦੇ ਨਾ, ਫਿਰ ਉਹ ਮਨੁੱਖ ਨਾਮ ਦਾ ਸਿਮਰਨ ਕਰਕੇ ਸਦਾ ਸੁਹੇਲਾ, ਸਦਾ ਲਈ ਸੁਖੀ ਹੋ ਜਾਂਦਾ। ਜਿਸ 'ਤੇ ਪਰਮਾਤਮਾ ਦਿਆਲੂ ਹੁੰਦਾ ਹੈ ਉਸ ਨੂੰ ਫਿਰ ਆਪਣਾ ਨਾਮ ਦੀ ਦਾਤ ਦਿੰਦਾ ਹੈ। ਉਹ ਫਿਰ ਨਾਮ ਦਾ ਸਿਮਰਨ ਕਰਕੇ ਸਦਾ ਲਈ ਸੁਖੀ ਹੋ ਜਾਂਦਾ ਹੈ। ਸਤਿਗੁਰ ਮੇਰਾ ਵੱਡ ਸਮਰੱਥ। ਮੇਰਾ ਜਿਹੜਾ ਸਤਿਗੁਰੂ ਹੈ ਬਹੁਤ ਸਮਰੱਥਾ ਵਾਲਾ ਹੈ, ਬਹੁਤ ਸ਼ਕਤੀਵਾਨ ਹੈ। ਉਹ ਬਹੁਤ ਕੁਝ ਕਰ ਸਕਦਾ ਹੈ। ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾ। ਜਦੋਂ ਮਨ ਕਰਕੇ ਕੋਈ ਪਰਮਾਤਮਾ ਨੂੰ ਯਾਦ ਕਰਦਾ ਹੈ, ਜਦੋਂ ਮੈਂ ਮਨ ਕਰਕੇ ਪਰਮਾਤਮਾ ਨੂੰ ਯਾਦ ਕੀਤਾ ਤਾਂ ਸਭ ਦੁੱਖ ਲੱਥਾ, ਸਾਰਾ ਦੁੱਖ ਲੈ ਗਿਆ। ਜਿੰਦਾ ਜੀਏ ਸੰਭਾਲੀ, ਜਦੋਂ ਮਨ ਕਰਕੇ ਮੈਂ ਯਾਦ ਕਰਦਾ ਹਾਂ, ਫਿਰ ਅੱਗੇ ਪ੍ਰੈਜ਼ੈਂਟ ਟੈਂਸ ਚਾਹੀਦਾ ਸੀ, ਅੱਗੇ ਪਾਸਟ ਟੈਂਸ ਹੈ। ਇਹਦਾ ਮਤਲਬ ਯਾਦ ਕੀਤਾ। ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾ। ਮਨ ਕਰਕੇ ਜਦੋਂ ਮੈਂ ਪਰਮਾਤਮਾ ਨੂੰ ਯਾਦ ਕੀਤਾ ਤਾਂ ਸਾਰਾ ਦੁੱਖ ਲੈ ਗਿਆ, ਸਾਰਾ ਦੁੱਖ ਖਤਮ ਹੋ ਗਿਆ। ਚਿੰਤਾ ਰੋਗ ਗਈ ਹਾਂ ਪੀੜਾ, ਆਪ ਕਰੇ ਪ੍ਰਤਪਾਲਾ ਜੀ। ਹੁਣ ਚਿੰਤਾ ਦਾ ਰੋਗ ਖਤਮ ਹੋ ਗਿਆ, ਚਿੰਤਾ ਖਤਮ ਹੋ ਗਈ। ਹਾਂ ਪੀੜਾ, ਹੰਕਾਰ ਦਾ ਵੀ ਦਰਦ ਵੀ ਖਤਮ ਹੋ ਗਿਆ। ਭਾਵ ਅੰਦਰੋਂ ਚਿੰਤਾ, ਅੰਦਰੋਂ ਹੰਕਾਰ ਖਤਮ ਹੋ ਗਿਆ। ਆਪ ਕਰੇ ਪ੍ਰਤਪਾਲਾ ਜੀਓ। ਫਿਰ ਨਾਮ ਜਪਣ ਵਾਲੇ ਦੀ ਪਾਲਣਾ ਪੋਸ਼ਣਾ ਪਰਮਾਤਮਾ ਆਪ ਕਰਦਾ ਹੈ। ਪ੍ਰਤਿਪਾਲਾ ਹੁੰਦਾ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਨਾ। ਆਪ ਹੀ ਫਿਰ ਪਰਮਾਤਮਾ ਨਾਮ ਜਪਣ ਵਾਲੇ ਜੀਵ ਦੀ ਪਾਲਣਾ ਪੋਸ਼ਣਾ ਕਰਦਾ ਹੈ। ਧਰਮ ਕਹਿੰਦਾ ਜੇ ਤੁਸੀਂ ਨਾਮ ਨਹੀਂ ਜਪੋਗੇ ਤੁਹਾਨੂੰ ਆਪਣੀ ਆਪ ਪਾਲਣਾ ਪੋਸ਼ਣਾ ਕਰਨੀ ਪਏਗੀ। ਜੇ ਤੁਸੀਂ ਨਾਮ ਜਪੋਗੇ ਫਿਰ ਪਰਮਾਤਮਾ ਤੁਹਾਡੀ ਪਾਲਣਾ ਪੋਸ਼ਣਾ ਕਰੇਗਾ, ਭਾਵੇਂ ਕਿਸੇ ਰਾਹੀਂ ਕਰਾਏ। ਪਰਮਾਤਮਾ ਸਾਰਿਆਂ ਦੇ ਵਿੱਚ ਹੀ ਬੈਠਾ, ਉਹ ਭਾਵੇਂ ਕਿਸੇ ਰਾਹੀਂ ਕਰਾਏ। ਜਿਵੇਂ ਸੈਣ ਭਗਤ ਜੀ ਨਾਈ ਸਨ ਜਾਤ ਦੇ। ਰਾਜਾ ਜਿਹੜਾ ਸੀ ਉਸ ਵੇਲੇ ਦਾ, ਉਹਦਾ ਲੱਕ ਦਰਦ ਰਿਹਾ ਕਰਦਾ ਸੀ। ਸੈਣ ਜੀ ਰਾਤ ਨੂੰ ਜਾ ਕੇ ਘੁੱਟਦੇ ਸਨ, ਘੁੱਟਦੇ ਰਹਿੰਦੇ ਸਨ। ਫਿਰ ਰਾਜੇ ਨੂੰ ਥੋੜ੍ਹਾ ਆਰਾਮ ਆਉਂਦਾ ਸੀ ਅਤੇ ਉਹ ਸੌਂ ਜਾਂਦਾ ਸੀ। ਜਦੋਂ ਸੌਂ ਜਾਂਦਾ ਸੀ ਸੈਣ ਜੀ ਵਾਪਸ ਘਰ ਆ ਜਾਂਦੇ ਸਨ। ਉਂਝ ਭਜਨ ਬੰਦਗੀ ਕਰਦੇ ਰਹਿੰਦੇ ਸਨ। ਇੱਕ ਦਿਨ ਸੰਤ ਮਹਾਤਮਾ ਦੀ ਟੋਲੀ ਸੈਣ ਜੀ ਦੇ ਘਰ ਆ ਗਈ ਹੈ। ਉਹ ਆਪਣਾ ਕੀਰਤਨ ਕਰਨ ਲੱਗ ਪਏ ਨੇ।
ਸੈਣ ਜੀ ਉਸ ਕੀਰਤਨ 'ਚ ਮਗਨ ਹੋ ਗਏ। ਸਾਰੀ ਰਾਤ ਸਤ ਸੰਗ ਹੁੰਦਾ ਰਿਹਾ। ਜਦੋਂ ਦਿਨ ਚੜ੍ਹਿਆ, ਸਾਧੂ ਵਿਦਿਆ ਹੋਏ ਤੇ ਸੈਣ ਜੀ ਨੂੰ ਯਾਦ ਹੈ ਵੀ ਓਹੋ, ਅੱਜ ਤੇ ਰਾਜਾ ਸੌਂ ਨਹੀਂ ਸਕਿਆ, ਹੁਣ ਮੈਂ ਗਿਆ ਨਹੀਂ, ਅੱਜ ਨਾਲੇ ਸਜ਼ਾ ਵੀ ਮਿਲਣੀ ਹੈ। ਡਰਦੇ ਡਰਦੇ ਸੈਣ ਜੀ ਜਦੋਂ ਪਹੁੰਚੀ ਉੱਥੇ, ਤਾਂ ਰਾਜਾ ਬੜਾ ਖੁਸ਼ ਹੋਇਆ। ਕਹਿੰਦਾ, ਸੈਣ ਜੀ ਮੈਂ ਤੁਹਾਨੂੰ ਉਡੀਕ ਰਿਹਾ ਸੀ। ਰਾਜੇ ਦੇ ਗਲ 'ਚ ਜਿਹੜਾ ਬਹੁਤ ਕੀਮਤੀ ਹਾਰ ਪਾਇਆ ਸੀ, ਲਾ ਕੇ ਸੈਣ ਜੀ ਦੇ ਗਲ ਪਤਾ। ਕਹਿੰਦੇ, ਸੈਣ ਜੀ ਰਾਤੀ ਤੁਸੀਂ ਐਸੀ ਮੇਰੀ ਮਾਲਿਸ਼ ਕੀਤੀ, ਮੇਰੇ ਤੇ ਰੋਗ ਹੀ ਸਦਾ ਲਈ ਖਤਮ ਹੋ ਗਿਆ। ਤੇ ਸੈਣ ਜੀ ਹੈਰਾਨ ਪਰੇਸ਼ਾਨ ਨੇ ਕਿ ਮੈਂ ਤੇ ਰਾਤ ਆਇਆ ਹੀ ਨਹੀਂ ਸੀ। ਫਿਰ ਸੈਣ ਜੀ ਨੇ ਸੋਚਿਆ ਵੀ ਓਹੋ, ਇਹ ਤਾਂ ਪਰਮਾਤਮਾ ਮੇਰਾ ਰੂਪ ਧਾਰ ਕਰਕੇ ਰਾਜੇ ਦੀ ਮਾਲਿਸ਼ ਕਰ ਗਿਆ, ਔਰ ਜਿੱਥੇ ਪਰਮਾਤਮਾ ਮਾਲਿਸ਼ ਕਰ ਗਿਆ ਉੱਥੇ ਕਿੱਥੇ ਦੁੱਖ ਰਹਿ ਸਕਦਾ ਹੈ। ਤੇ ਫਿਰ ਸੈਣ ਜੀ ਜਿਉਂ ਭਗਤੀ ਕੀਤੀ, ਭਗਤ ਬਣ ਗਏ। ਸੋ ਫਿਰ ਪਰਮਾਤਮਾ ਪਾਲਣਾ ਪੋਸ਼ਣਾ ਕਰਦਾ ਜਿਹੜਾ ਭਗਤ ਹੁੰਦਾ ਹੈ। ਦੇਖੋ, ਭਗਤ ਘਰ ਬੈਠਾ ਹੈ, ਪਰਮਾਤਮਾ ਦਾ ਰੂਪ ਧਾਰ ਕੇ ਉਹਦੀ ਥਾਂ 'ਤੇ ਕੰਮ ਕਰ ਰਿਹਾ ਹੈ। ਤਾਂ ਕਹਿੰਦੇ ਬਾਰਿਕ ਵਾਂਗੀ ਹੁਣ ਸਭ ਕੁਛ ਮੰਗਾਂ। ਬੱਚੇ ਦੀ ਤਰ੍ਹਾਂ ਮੈਂ ਪਰਮਾਤਮਾ ਤੋਂ ਸਭ ਕੁਛ ਮੰਗਦਾ। ਜਿਵੇਂ ਬੱਚਾ ਮਾਂ ਪਿਓ ਤੋਂ ਮੰਗਦਾ ਹੈ, ਕਹਿੰਦੇ ਮੈਂ ਸਭ ਕੁਛ ਪਰਮਾਤਮਾ ਤੋਂ ਮੰਗਦਾ ਹਾਂ। ਬਾਰਿਕ ਮੈਨੇ ਬੱਚਾ, ਵਾਂਗੀ ਮੈਨੇ ਦੀ ਤਰ੍ਹਾਂ। ਦਿੰਦੇ ਤੋਟ ਨਾਹੀ ਪ੍ਰਭ ਰੰਗਾ। ਰੰਗਾ ਹੁੰਦਾ ਪਿਆਰਾ, ਪਰਮਾਤਮਾ ਪਿਆਰਾ ਹੈ, ਇਸ ਲਈ ਉਹ ਮੈਨੂੰ ਦਾਤਾਂ ਦਿੰਦਿਆਂ ਕਮੀ ਨਹੀਂ ਰੱਖਦਾ। ਦਿੰਦੇ ਤੋਟ ਨਾਹੀ ਪ੍ਰਭ ਰੰਗਾ। ਪਰਮਾਤਮਾ ਪਿਆਰਾ ਹੈ, ਇਸ ਲਈ ਉਹ ਜੋ ਦਾਤਾਂ ਦਿੰਦਾ ਕੋਈ ਕਮੀ ਨਹੀਂ ਹੁੰਦੀ, ਕੋਈ ਤੋਟ ਨਹੀਂ ਹੁੰਦੀ। ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਹੇ ਦੀਨਾਂ 'ਤੇ ਦਇਆ ਕਰਨ ਵਾਲੇ, ਗੋਪਾਲ ਧਰਤੀ ਨੂੰ ਪਾਲਣ ਵਾਲੇ। ਹੇ ਦੀਨਾਂ 'ਤੇ ਦਇਆ ਕਰਨ ਵਾਲੇ, ਧਰਤੀ ਨੂੰ ਪਾਲਣ ਵਾਲੇ ਪਰਮਾਤਮਾ ਦੇ ਮੈਂ ਚਰਨੀ ਲੱਗ ਕੇ ਨਾ ਬਹੁਤ ਬੇਨਤੀ ਕਦਰ ਮਨਾਉਣਾ। ਪੈਰੀ ਪੈ ਪੈ ਬਹੁਤ ਮਨਾਈ। ਪਰਮਾਤਮਾ ਦੇ ਚਰਨਾਂ ਨੂੰ ਪਕੜ ਕੇ ਮੈਂ ਬਹੁਤ ਪਰਮਾਤਮਾ ਨੂੰ ਮਨਾਉਣਾ ਵੀ ਕਿਸੇ ਤਰ੍ਹਾਂ ਮੇਰੇ 'ਤੇ ਕਿਰਪਾ ਕਰ ਦਿਓ, ਖੁਸ਼ ਹੋ ਜਾਓ। ਹਉ ਬਲਿਹਾਰੀ ਸਤਿਗੁਰ ਪੂਰੇ। ਮੈਂ ਪੂਰੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਕਿਉਂ ਜਾਂਦਾ ਹਾਂ? ਆਪੇ ਪ੍ਰਸ਼ਨ ਬਣਾ ਲਿਆ ਕਰੋ, ਉੱਤਰ ਦਿੱਤਾ ਹੁੰਦਾ। ਆਪ ਹੀ ਪ੍ਰਸ਼ਨ ਬਣਾ ਲਈਦਾ। ਜਦੋਂ ਇਹ ਲਿਖਿਆ ਹੈ ਕਿ ਮੈਂ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ, ਕभी ਵੀ ਕਿਉਂ ਜਾਂਦੇ ਤੁਸੀਂ ਬਲਿਹਾਰ? ਉਹ ਕੋਈ ਯਾਦ ਹੀ ਨਹੀਂ ਗਾ। ਜਿਨ ਬੰਧਨ ਕਾਟੇ ਸਗਲੇ ਮੇਰੇ। ਜਿਸ ਗੁਰੂ ਨੇ ਮੇਰੇ ਸਾਰੇ ਬੰਧਨ, ਮੋਹ ਮਾਇਆ ਦੇ ਬੰਧਨ ਕੱਟ ਦਿੱਤੇ, ਮੈਂ ਉਸ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਤਾਂ ਜਾਂਦਾ ਬਲਿਹਾਰ। ਜੇ ਮੋਹ ਮਾਇਆ ਦੇ ਬੰਧਨ ਸਨ, ਗੁਰੂ ਨੇ ਸਾਰੇ ਕੱਟਦੇ। ਹਿਰਦੈ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ। ਗੁਰੂ ਨੇ ਹਿਰਦੇ 'ਚ ਨਾਮ ਦੀ ਦਾਤ ਦੇ ਕੇ ਮੈਨੂੰ ਨਿਰਮਲ ਕਰ ਦਿੱਤਾ, ਪਵਿੱਤਰ ਕਰਤਾ ਹੈ। ਨਾਨਕ ਰੰਗ ਰਸਾਲਾ ਜੀਓ। ਹੁਣ ਕਹਿੰਦੇ ਪਰਮਾਤਮਾ ਦੇ ਪਿਆਰ ਦੇ ਨਾਲ ਮੇਰਾ ਮਨ ਰਸਦਾਇਕ ਹੋ ਗਿਆ ਹੈ। ਪਰਮਾਤਮਾ ਦੇ ਪਿਆਰ ਨਾਲ ਮੇਰਾ ਮਨ ਰਸਾਲਾ ਹੋ ਗਿਆ, ਰਸਦਾਇਕ ਹੋ ਗਿਆ ਹੈ। ਕਈ ਵਾਰੀ ਜੀਵਨ ਬੜਾ ਰੁੱਖਾ ਹੁੰਦਾ ਹੈ, ਕੋਈ ਜੀਵਨ ਜਿਉਣ ਦਾ ਸਵਾਦ ਨਹੀਂ ਹੁੰਦਾ। ਦੇਖੋ, ਜੀਵਨ ਤਾਂ ਜਿਉਣਾ ਪੈਂਦਾ ਜਿੰਨੇ ਸਵਾਸ ਮਿਲੇ ਨੇ। ਕਈ ਵਾਰੀ ਜੀਵਨ ਜਿਉਣ ਦਾ ਸਵਾਦ ਨਹੀਂ ਆਉਂਦਾ, ਬੰਦਾ ਕਦੇ ਦਿਨ ਤਾਂ ਮਰ ਜਾਣਾ ਹੀ ਠੀਕ ਹੈ। ਅਤੇ ਜੇ ਹੈ ਪਰਮਾਤਮਾ ਦੀ ਹੋ ਜਾਏ ਕਿਰਪਾ, ਉਹ ਫਿਰ ਨਾਮ ਦੀ ਦਾਤ ਦੇ ਕੇ ਮਨ ਨੂੰ ਕਰ ਦਿੰਦਾ ਨਿਰਮਲ। ਫਿਰ ਪਰਮਾਤਮਾ ਜਿਹੜਾ ਰੰਗ ਪਿਆਰ ਹੈ ਨਾ, ਉਹ ਫਿਰ ਜੀਵਨ 'ਚ ਰਸ ਭਰ ਦਿੰਦਾ, ਜੀਵਨ ਨੂੰ ਰਸਦਾਇਕ ਬਣਾ ਦਿੰਦਾ ਹੈ। ਰਸਾਲਾ, ਰਸਾਂ ਦਾ ਘਰ, ਰਸਦਾਇਕ। ਮਾਝ ਮਹਿਲਾ ਪੰਜਵਾਂ। ਲਾਲ ਗੋਪਾਲ ਦਇਆਲ ਰੰਗੀਲੇ,
ਗਹਿਰ ਗੰਭੀਰ ਬੇਅੰਤ ਗੋਵਿੰਦੇ, ਊਂਚ ਅਥਾ ਬੇਅੰਤ ਸੁਆਮੀ। ਪੰਜਾਬੀ 'ਚ ਊਚ ਨਹੀਂ ਹੁੰਦਾ, ਇਹ ਹਿੰਦੀ ਸ਼ਬਦ ਹੈ, ਇਹਨੂੰ ਬੋਲਣਾ ਊਂਚ, ਉੱਚਾ। ਊਂਚ ਅਥਾ ਬੇਅੰਤ ਸੁਆਮੀ, ਸਿਮਰ ਸਿਮਰ ਹਉ ਜੀਵਾਂ ਜੀਓ। ਦੁਖ ਭੰਜਨ ਨਿਧਾਨ ਅਮੋਲੇ, ਨਿਰਭਉ ਨਿਰਵੈਰ ਅਥਾ ਅਤੋਲੇ। ਅਕਾਲ ਮੂਰਤ ਅਜੂਨੀ ਸੰਭੋ, ਮਨ ਸਿਮਰਤ ਠੰਡਾ ਥੀਮਾ ਜੀਓ। ਸਦਾ ਸੰਗੀ ਹਰ ਰੰਗ ਗੋਪਾਲਾ, ਊਂਚ ਨੀਚ ਕਰੇ ਪ੍ਰਤੀਪਾਲਾ। ਨਾਮ ਰਸਾਇਨ ਮਨ ਤ੍ਰਿਪਤਾਇਨ, ਗੁਰਮੁਖ ਅੰਮ੍ਰਿਤ ਪੀਵਾਂ ਜੀਓ। ਦੁਖ ਸੁਖ ਪਿਆਰੇ ਤੁਧ ਧਿਆਈ, ਏਸ ਮਤ ਗੁਰੂ ਤੇ ਪਾਈ। ਨਾਨਕੀ ਧਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪ੍ਰੀਵਾਂ ਜੀਓ। ਪੰਚਮ ਪਾਤਸ਼ਾਹ ਕਹਿੰਦੇ ਲਾਲ ਗੋਪਾਲ ਦਇਆਲ ਰੰਗੀਲੇ। ਇੱਥੇ ਲਾਲ ਤੋਂ ਕੋਈ ਰੈੱਡ ਤੋਂ ਮਤਲਬ ਨਹੀਂ ਹੈ, ਪਿਆਰਾ। ਲਾਲ ਗੋਪਾਲ ਦਇਆਲ ਰੰਗੀਲੇ, ਪਰਮਾਤਮਾ ਪਿਆਰਾ ਹੈ। ਗੋਪਾਲ ਧਰਤੀ ਨੂੰ ਪਾਲਣ ਵਾਲਾ ਹੈ, ਦਇਆਲ ਹੈ, ਦਇਆ ਕਰਨ ਵਾਲਾ ਹੈ। ਰੰਗੀਲਾ ਖੁਸ਼ ਮਿਜ਼ਾਜ ਹੈ। ਗਹਿਰ ਗੰਭੀਰ, ਬਹੁਤ ਗੰਭੀਰ ਹੈ, ਸਾਡੇ ਵਾਂਗੂ ਚੁਲਬਲਾ ਨਹੀਂ ਹੈਗਾ। ਉਹ ਗੰਭੀਰ ਹੈ, ਗਹਿਰ ਗੰਭੀਰ, ਬਹੁਤ ਗੰਭੀਰ ਹੈ, ਬੇਅੰਤ ਹੈ। ਗੋਬਿੰਦੇ, ਧਰਤੀ ਨੂੰ ਜਾਣਨ ਵਾਲਾ ਹੈ। ਊਂਚ, ਬਹੁਤ ਉੱਚਾ ਹੈ, ਅਥਾਹ ਹੈ, ਬੇਅੰਤ ਹੈ। ਸੁਆਮੀ ਉਹ ਮਾਲਕ ਹੈ। ਸਿਮਰ ਸਿਮਰ ਹਉ ਜੀਵਾਂ ਜੀਓ। ਉਸ ਪਰਮਾਤਮਾ ਦਾ ਸਿਮਰਨ ਕਰ ਕਰਕੇ ਮੈਂ ਜਿਉਂਦਾ ਹਾਂ। ਆਖਾਂ ਜੀਵਾਂ ਵਿਸਰੇ ਮਰ ਜਾਉ। ਤਾਂ ਕਹਿੰਦੇ ਜੇ ਮੈਂ ਪਰਮਾਤਮਾ ਦਾ ਨਾਮ ਜਪਦਾ, ਸਮਝੋ ਮੈਂ ਜਿਉਂਦਾ ਹਾਂ। ਜੇ ਮੈਨੂੰ ਰੱਬ ਭੁੱਲਦਾ, ਸਮਝੋ ਮੇਰੀ ਮੌਤ ਹੈ। ਇਸ ਲਈ ਕਹਿੰਦੇ ਸਿਮਰ ਸਿਮਰ ਹਉ ਜੀਵਾਂ ਜੀਓ। ਪਰਮਾਤਮਾ ਦਾ ਸਿਮਰਨ ਕਰ ਕਰਕੇ ਹੀ ਮੈਂ ਜਿਉਂਦਾ ਹਾਂ। ਦੁਖ ਭੰਜਨ ਨਿਧਾਨ ਅਮੋਲੇ, ਪਰਮਾਤਮਾ ਕੋਲੇ ਅਮੋਲਕ ਖਜ਼ਾਨੇ ਹਨ। ਅਮੋਲੇ ਮੈਨੇ ਅਮੋਲਕ, ਨਿਧਾਨ ਮੈਨੇ ਖਜ਼ਾਨੇ। ਦੁਖ ਭੰਜਨ, ਪਰਮਾਤਮਾ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਉਹਦੇ ਕੋਲ ਬੜੇ ਅਮੋਲਕ ਖਜ਼ਾਨੇ ਹਨ। ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਅਥਾ, ਉਹ ਬੇਅੰਤ ਹੈ। ਅਤੋਲੇ, ਉਹ ਅਤੋਲਵਾਂ ਹੈ। ਉਸ ਨੂੰ ਕੋਈ ਜਾਂਚ ਨਹੀਂ ਸਕਦਾ, ਉਹ ਅਤੋਲ ਹੈ। ਅਕਾਲ ਮੂਰਤ, ਉਹਦੀ ਜਿਹੜੀ ਹੋਂਦ ਹੈ ਉਹ ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ। ਪਰਮਾਤਮਾ 'ਤੇ ਸਮੇਂ ਦਾ ਕੋਈ ਅਸਰ ਨਹੀਂ ਹੈ, ਸਾਡੇ 'ਤੇ ਹੈ। ਅਸੀਂ ਕਦੇ ਬੱਚੇ ਸੀ, ਫਿਰ ਜਵਾਨ ਹੋਏ, ਸਾਡੇ ਵਰਗੇ ਹੁਣ ਬੁੱਢੇ ਹੋ ਗਏ, ਕੁਛ ਸਾਲਾਂ ਨੂੰ ਡੈਥ ਹੋ ਜਾਏਗੀ। ਅਸੀਂ ਸਮੇਂ ਦੇ ਅਧੀਨ ਹਾਂ। ਪਰਮਾਤਮਾ ਅਕਾਲ ਮੂਰਤ ਹੈ, ਉਸ 'ਤੇ ਸਮੇਂ ਦਾ ਅਸਰ ਨਹੀਂ ਹੈ। ਉਹ ਜਿਹੋ ਜਿਹਾ ਸ਼ੁਰੂ ਤੋਂ ਸੀ, ਉਹ ਜਿਹਾ ਹੀ ਉਸਨੇ ਰਹਿਣਾ ਹੈ। ਉਸ 'ਚ ਕੋਈ ਤਬਦੀਲੀ ਨਹੀਂ ਆਉਂਦੀ। ਨਾ ਤਬਦੀਲੀ ਆਉਣ ਕਰਕੇ ਜੋ ਉਹਦੇ ਵਿਚਾਰ ਨੇ ਉਹ ਸਦੀਵੀ ਨੇ। ਅਤੇ ਗੁਰਬਾਣੀ ਕਹਿੰਦੀ, ਗੁਰੂ ਮਹਾਰਾਜ ਕਹਿੰਦੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਵਿਚਾਰ ਨੇ ਨਾ, ਕਹਿੰਦੇ ਸਾਡੇ ਨਹੀਂ ਹੈਗੇ, ਇਹ ਤਾਂ ਪਰਮਾਤਮਾ ਦੇ ਵਿਚਾਰ ਨੇ। ਸਿਰਫ ਉਹਨਾਂ ਵਿਚਾਰਾਂ ਨੂੰ ਤਾਂ ਅਸੀਂ ਲਿਖਿਆ ਹੈ। ਇਹ ਸਾਰੇ ਰੱਬੀ ਵਿਚਾਰ ਨੇ। ਸੰਸਾਰ ਬਦਲਦਾ ਰਹੇਗਾ, ਬਾਣੀ ਨੇ ਨਹੀਂ ਬਦਲਣਾ, ਕਿਉਂਕਿ ਤੇ ਰੱਬੀ ਵਿਚਾਰ ਨੇ। ਸਮਾਂ ਬਦਲਦਾ ਰਹੇਗਾ, ਬਾਣੀ ਨੇ ਨਹੀਂ ਬਦਲਣਾ। ਇਸ ਲਈ ਦਸਮ ਪਾਤਸ਼ਾਹ ਨੇ ਜਦੋਂ ਗੁਰਗੱਦੀ ਦਿੱਤੀ ਨਾ ਗੁਰੂ ਗ੍ਰੰਥ ਸਾਹਿਬ ਨੂੰ, ਕਹਿੰਦੇ ਯੁੱਗੋ ਯੁੱਗ ਅਟਲ। ਬਈ ਯੁੱਗ ਬਦਲਦੇ ਰਹਿਣਗੇ,
ਪਰ ਇਹ ਗੁਰੂ ਹੀ ਰਹੇਗਾ। ਸੋ ਗੁਰੂ ਮਹਾਰਾਜ ਕਹਿੰਦੇ ਅਕਾਲ ਮੂਰਤ, ਪਰਮਾਤਮਾ ਦੀ ਜਿਹੜੀ ਹੋਂਦ ਹੈ ਉਹ ਸਮੇਂ ਤੋਂ ਰਹਿਤ ਹੈ। ਅਯੂਨੀ, ਪਰਮਾਤਮਾ ਜੰਮਦਾ ਮਰਦਾ ਨਹੀਂ ਹੈ। ਸੰਭਵ, ਉਹ ਆਪਣੇ ਆਪ ਤੋਂ ਹੈ, ਉਸ ਨੂੰ ਕਿਸੇ ਨੇ ਬਣਾਇਆ ਨਹੀਂ ਹੈ, ਉਹ ਆਪਣੇ ਆਪ ਤੋਂ ਹੈ। ਮਨ ਸਿਮਰਤ ਠੰਡਾ ਥੀਵਾਂ ਜੀਓ, ਕਿ ਮਨ ਨਾਲ ਜਦੋਂ ਮੈਂ ਪਰਮਾਤਮਾ ਦਾ ਸਿਮਰਨ ਕਰਦਾ ਮੇਰਾ ਮਨ ਠੰਡਾ ਠਾਰ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਕਿਉਂਕਿ ਪਰਮਾਤਮਾ ਦਾ ਸਿਮਰਨ ਸਾਨੂੰ ਸ਼ਾਂਤੀ ਬਖਸ਼ਦਾ ਹੈ। ਮਨ ਬੜਾ ਅਸ਼ਾਂਤ ਹੋਵੇ, ਪਰਮਾਤਮਾ ਨਾਮ ਜਪਣਾ ਸ਼ੁਰੂ ਕਰ ਦਿਓ, 5-7 ਮਿੰਟਾਂ 'ਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ। ਸਦਾ ਸੰਗੀ ਹਰ ਰੰਗ ਗੋਪਾਲਾ, ਪਰਮਾਤਮਾ ਜੋ ਪਿਆਰਾ ਹੈ, ਜੋ ਧਰਤੀ ਨੂੰ ਪਾਲਣ ਵਾਲਾ ਹੈ, ਉਹ ਸਦਾ ਹੀ ਸੰਗੀ ਹੈ, ਉਹ ਤਾਂ ਸਦਾ ਹੀ ਨਾਲ ਹੈ। ਊਚ ਨੀਚ ਕਰੇ ਪ੍ਰਤੀਪਲ, ਉਹ ਚਾਹੇ ਉੱਚੀ ਜਾਤੀ ਦੇ ਨੇ ਚਾਹੇ ਨੀਵੀਂ ਜਾਤੀ ਦੇ ਨੇ, ਉਹ ਤਾਂ ਸਭ ਦੀ ਪਾਲਣਾ ਪੋਸ਼ਣਾ ਕਰਦਾ ਹੈ। ਜਾਤਾਂ ਪਾਤਾਂ ਤਾਂ ਅਸੀਂ ਬਣਾਈਆਂ ਨੇ, ਪਰਮਾਤਮਾ ਨੇ ਨਹੀਂ ਬਣਾਈਆਂ, ਅਸੀਂ ਬਣਾਈਆਂ ਨੇ, ਅਤੇ ਅਸੀਂ ਆਪ ਬਣਾ ਕੇ ਹੀ ਇਹਨਾਂ ਦੇ ਗੁਲਾਮ ਹੋ ਗਏ। ਮੈਂ ਕਈ ਵਾਰੀ ਸੋਚਦਾ ਵੀ ਮਨੁੱਖ ਅਜੀਬ ਹੈ, ਇਹ ਆਪ ਹੀ ਨਿਯਮ ਬਣਾਉਂਦਾ ਹੈ, ਫਿਰ ਉਹਨਾਂ ਨਿਯਮਾਂ ਦਾ ਗੁਲਾਮ ਹੋ ਜਾਂਦਾ ਹੈ। ਫਿਰ ਜਦੋਂ ਬਹੁਤਾ ਤੰਗ ਆਏ ਤਾਂ ਫਿਰ ਉਹਨਾਂ ਨੂੰ ਬਦਲਦਾ ਹੈ। ਬੜੇ ਸਾਲ ਮੈਂ ਦੇਖਦਾ ਰਿਹਾ, ਖੜੇ ਬੱਚੇ ਨੂੰ ਜਾਂ ਖੜੇ ਬੰਦੇ ਨੂੰ ਦੇਗ ਨਹੀਂ ਸੀ ਦਿਆ ਕਰਦੇ, ਹੁਣ ਕਿ ਬੈਠ ਪਹਿਲਾਂ, ਜਾਂ ਕਈ ਕੁਰਖਤ ਲੋ, ਤੈਨੂੰ ਅਕਲ ਨਹੀਂ ਹੈ ਵੀ ਦੇਗ ਬੈਠ ਕੇ ਲਈ ਬੈਠ। ਅਸੀਂ ਹੀ ਕਾਨੂੰਨ ਬਣਾਉਣਾ। ਹੁਣ ਸਮਾਂ ਐਸਾ ਆ ਗਿਆ ਹੈ ਕਿ ਦੇਗ ਖੜੇ ਹੋ ਕੇ ਲਵੋ ਅਤੇ ਨਾਲੇ ਤੁਰਦੇ ਜਾਓ, ਖਲੋਣਾ ਨਹੀਂ ਹੈ, ਦੇਗ ਲਈ ਜਾਓ, ਤੁਰੀ ਜਾਓ, ਤੁਰੀ ਜਾਓ। ਆਪ ਹੀ ਅਸੀਂ ਬਦਲਿਆ ਨਾ। ਪਹਿਲਾਂ ਕਿੰਨੇ ਸਾਲ ਉਸ ਕਾਨੂੰਨ ਦੇ ਅਸੀਂ ਗੁਲਾਮ ਰਹੇ ਵੀ ਬੈਠ ਕੇ ਦੇਗ ਲਵੋ ਜੀ। ਹੁਣ ਜਦੋਂ ਦੇਗ ਵਰਤਾਉਣ ਵਾਲੇ ਦਾ ਲੱਕ ਥੱਕਣ ਲੱਗ ਗਿਆ ਨਾ, ਇੰਨੀ ਸੰਗਤ ਨੂੰ ਵਰਤਾਉਣਾ ਕੌਣ ਹੈ, ਇੰਨੇ ਘੰਟੇ ਉੜ ਕੇ ਖੜਾ। ਹੁਣ ਇਹ ਆਪੇ ਬਦਲ ਨਹੀਂ, ਹੁਣ ਜੀ ਖਲੋ ਕੇ ਦੇਖ ਲਓ ਜੀ। ਇਹ ਮਨੁੱਖ ਆਪ ਹੀ ਨਿਯਮ ਬਣਾਉਂਦਾ, ਮੈਂ ਦੇਖਿਆ, ਫਿਰ ਆਪ ਹੀ ਉਸ ਦਾ ਗੁਲਾਮ ਹੋ ਜਾਂਦਾ ਹੈ। ਇਹ ਆਪ ਹੀ ਮੂਰਤੀ ਬਣਾਉਂਦਾ, ਫਿਰ ਉਸੇ ਮੂਰਤੀ ਦਾ ਇੱਕ ਗੁਲਾਮ ਹੋ ਜਾਂਦਾ, ਉਸ ਨੂੰ ਮੱਥਾ ਟੇਕ ਦੇਵੇ, ਤੂੰ ਹੀ ਬਣਾਈ ਹੋਈ ਹੈ। ਆਪ ਹੀ ਤਸਵੀਰ ਬਣਾਉਂਦਾ ਹੈ ਗੁਰੂ ਦੀ, ਆਪ ਹੀ ਉਸ ਦੇ ਅੱਗੇ ਮੱਥਾ ਟੇਕੀ ਜਾਂਦਾ, ਤੇਰੀ ਵੀ ਤਸਵੀਰ ਬਣਾਈ ਹੋਈ ਹੈ, ਤੂੰ ਆਪ ਤਸਵੀਰ ਬਣਾ ਕੇ ਆਪ ਹੀ ਉਸ ਤਸਵੀਰ ਨੂੰ ਮੱਥੇ ਟੇਕੀ ਜਾਂਦਾ ਤੂੰ। ਇਹ ਮਨੁੱਖ ਇਸ ਤਰ੍ਹਾਂ ਗੁਲਾਮ ਹੋ ਜਾਂਦਾ ਹੈ। ਆਪ ਹੀ ਕੋਈ ਸੰਸਥਾ ਬਣਾਉਂਦਾ ਹੈ, ਫਿਰ ਸਮਾਂ ਪੈ ਕੇ ਉਸ ਸੰਸਥਾ ਤੋਂ ਆਪ ਹੀ ਤੰਗ ਹੋ ਜਾਂਦਾ ਹੈ ਅਤੇ ਕਹਿੰਦਾ ਮੈਂ ਨਹੀਂ ਇਹਦਾ ਮੰਨਦਾ ਹਾਂ। ਸੋ ਸਾਨੂੰ ਜਿਹੜੇ ਕਾਨੂੰਨ ਬਣਾਉਣੇ ਚਾਹੀਦੇ, ਬੜੇ ਧਿਆਨ ਨਾਲ ਸੋਚ ਕੇ ਬਣਾਉਣੇ ਚਾਹੀਦੇ ਨੇ। ਇਹ ਨਹੀਂ ਕਿ ਅੱਜ ਬਣਾ ਲਏ ਫਿਰ 20-25 ਸਾਲਾਂ ਨੂੰ ਦੁਖੀ ਹੋ ਕੇ ਨੂੰ ਬਦਲਦਾ ਹੈ। ਗੁਲਾਮ ਨਹੀਂ ਕੌਮ ਨੂੰ ਕਰਨਾ ਐਸੇ ਐਸੇ ਕਾਨੂੰਨ ਬਣਾ ਕੇ, ਨਹੀਂ ਫਿਰ ਵਿਦਰੋਹ ਹੁੰਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਉਹ ਉੱਚਿਆਂ ਨੀਵਿਆਂ ਦੀ ਸਭ ਦੀ ਪਾਲਣਾ ਪੋਸ਼ਣਾ ਕਰਦਾ, ਊਚ ਨੀਚ ਕਰੇ ਪ੍ਰਤੀਪਾਲਾ। ਨਾਮ ਰਸਾਇਣ, ਪਰਮਾਤਮਾ ਜਿਹੜਾ ਨਾਮ ਹੈ ਨਾ, ਰਸਾਇਣ ਦਾ, ਰਸਾਂ ਦਾ ਘਰ। ਪਰਮਾਤਮਾ ਦਾ ਨਾਮ ਤੇ ਰਸਾਂ ਦਾ ਘਰ ਹੈ। ਮਨ ਤ੍ਰਿਪਤਾਇਨ, ਇਸ ਨਾਮ ਰਸਾਇਣ ਦਾ ਮਨ ਤ੍ਰਿਪਤ ਹੋ ਜਾਂਦਾ ਹੈ, ਮਨ ਰੱਜ ਜਾਂਦਾ ਹੈ। ਜਦੋਂ ਮਨੁੱਖ ਨਾਮ ਜਪਦਾ ਹੈ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਇੱਛਾ ਹੀ ਖਤਮ ਹੋ ਜਾਂਦੀ ਹੈ। ਜਦੋਂ ਇੱਛਾ ਹੀ ਕੋਈ ਨਹੀਂ, ਫਿਰ ਇਹ ਜੀਵਨ ਮੁਕਤ ਹੈ। ਬਸ ਮਰ ਕਿਤੇ ਨਾ ਮੁਕਤ ਹੋਣੇ, ਜੀਵਨ ਮੁਕਤ ਹੋ ਜਾਂਦਾ। ਨਾਮ ਰਸਾਇਣ ਮਨ ਤ੍ਰਿਪਤਾਇਨ, ਇਹ ਨਾਮ ਰੂਪੀ ਦਵਾਈ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ। ਰਸਾਇਣ ਦਵਾਈ ਨੂੰ ਵੀ ਕਹਿੰਦੇ। ਗੁਰਮੁਖ ਅੰਮ੍ਰਿਤ ਪੀਵਾਂ ਜੀਓ, ਮੈਂ ਗੁਰਮੁਖ ਬਣ ਕੇ ਗੁਰੂ ਦੇ ਰਾਹੀਂ ਫਿਰ ਨਾਮ ਅੰਮ੍ਰਿਤ ਨੂੰ ਪੀਂਦਾ ਹਾਂ। ਇੱਥੇ ਅੰਮ੍ਰਿਤ ਭਾਵ ਹੈ ਨਾਮ ਅੰਮ੍ਰਿਤ।
ਫਿਰ ਮੈਂ ਨਾਮ ਅੰਮ੍ਰਿਤ ਨੂੰ ਪੀਂਦਾ, ਭਾਵ ਨਾਮ ਦਾ ਆਨੰਦ ਮਾਣਦਾ ਹਾਂ। ਦੁੱਖ ਸੁਖ ਪਿਆਰੇ ਤੁਧ ਧਿਆਈ, ਇਹ ਸਮਤ ਗੁਰੂ ਤੇ ਪਾਈ। ਉੱਥੇ ਧਿਆਈ ਪੜ੍ਹਨਾ, ਇੱਥੇ ਪਾਈ ਪੜ੍ਹਨਾ। ਦੁੱਖ ਸੁਖ ਪਿਆਰੇ ਤੁਧ ਧਿਆਈ, ਇਹ ਸਮਤ ਗੁਰੂ ਤੇ ਪਾਈ। ਨਾਨਕ ਕੀ ਧਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪ੍ਰੀਵਾ ਜੀਓ। ਕਹਿੰਦੇ ਦੁੱਖ ਸੁਖ ਪਿਆਰੇ ਤੁਧ ਧਿਆਈ, ਮੈਂ ਹੇ ਪਿਆਰੇ ਪ੍ਰਭੂ ਦੁੱਖ ਵਿੱਚ ਵੀ ਅਤੇ ਸੁੱਖ ਵਿੱਚ ਵੀ ਮੈਂ ਤੇ ਤੈਨੂੰ ਹੀ ਧਿਆਉਂਦਾ। ਤਾਂ ਹੀ ਕਹਿੰਦੇ ਜੇ ਦੁੱਖ ਦੇਹ ਤਾਂ ਤੁਝੇ ਅਰਾਧੀ, ਸੁਖ ਵੀ ਤੁਝੇ ਧਿਆਈ। ਹੇ ਪਰਮਾਤਮਾ ਜੇ ਤੂੰ ਦੁੱਖ ਦੇਂਗਾ ਤੇਰਾ ਤਾਂ ਵੀ ਨਾਮ ਜਪਾਂਗਾ, ਸੁੱਖ ਦੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ। ਇਹ ਗੁਰਮੁਖ ਦੀ ਨਿਸ਼ਾਨੀ ਹੈ। ਗੁਰਮੁਖ ਦੁੱਖ ਵੇਲੇ ਕੋਈ ਗਿਲਾ ਨਹੀਂ ਕਰਦਾ ਪਰਮਾਤਮਾ ਦੇ, ਮੈਂ ਤੇਰਾ ਨਾਮ ਜਪਦਾ ਰਿਹਾ, ਮੈਂ ਤੇਰੀ ਬਾਣੀ ਪੜ੍ਹਦਾ ਰਿਹਾ, ਮੈਂ ਗੁਰੂ ਘਰ ਦੀ ਸੇਵਾ ਕਰਦੇ ਰਿਹਾ, ਮੇਰੇ ਕਿਉਂ ਦੁੱਖ ਆਇਆ ਹੈ। ਨਹੀਂ, ਉਹ ਉਹਦੀ ਰਜ਼ਾ ਸਮਝ ਕੇ ਭਜਨ ਬੰਦਗੀ ਕਰਦਾ ਰਹਿੰਦਾ ਵੀ ਉਹਦੀ ਰਜ਼ਾ ਹੈ, ਦੁੱਖ ਆ ਗਿਆ, ਉਹਦੀ ਰਜ਼ਾ ਹੈ, ਸੁੱਖ ਆ ਰਿਹਾ ਹੈ। ਇਸ ਲਈ ਦੁੱਖ ਸੁਖ ਪਿਆਰੇ ਤੁਧ ਧਿਆਈ, ਹੇ ਪਿਆਰੇ ਪ੍ਰਭੂ ਦੁੱਖ ਵਿੱਚ ਸੁੱਖ ਵਿੱਚ ਮੈਂ ਤੈਨੂੰ ਧਿਆਉਂਦਾ ਹਾਂ। ਇਹ ਸਮਤ ਗੁਰੂ ਤੇ ਪਾਈ, ਇਹ ਸਮਤ ਮੈਨੂੰ ਗੁਰੂ ਤੋਂ ਪ੍ਰਾਪਤ ਹੋਈ ਹੈ ਕਿ ਭਾਈ ਦੁੱਖ ਆਵੇ ਸੁੱਖ ਆਵੇ ਨਾਮ ਜਪੀ ਜਾਣਾ ਹੈ, ਨਾਮ ਨਹੀਂ ਛੱਡਣਾ। ਦੁੱਖ ਆਓ ਸੁੱਖ ਆਓ। ਨਾਨਕ ਕੀ ਧਰ ਤੂੰ ਹੈ ਠਾਕੁਰ, ਧਰ ਹੁੰਦਾ ਓਟ ਆਸਰਾ। ਨਾਨਕ ਦਾ ਓਟ ਆਸਰਾ ਹੈ ਪਰਮਾਤਮਾ ਤੂੰ ਹੀ ਹੈ। ਨਾਨਕ ਕੀ ਧਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪ੍ਰੀਵਾ ਜੀਓ। ਮੈਂ ਤਾਂ ਹਰੀ ਨੂੰ ਪਿਆਰ ਕਰਕੇ ਪਾਰ ਉਤਰ ਜਾਵਾਂਗਾ। ਪ੍ਰੀਵਾ ਪਾਰ, ਪ੍ਰੀਵਾ ਪਾਰ ਉਤਰ ਜਾਵਾਂਗਾ। ਇਸ ਭਵ ਸਾਗਰ ਤੋਂ ਪਰਲੇ ਪਾਸੇ ਚਲਿਆ ਜਾਵਾਂਗਾ। ਸੋ ਨਾਮ ਦੀ ਮਹਿਮਾ ਦੱਸੀ ਜਾ ਰਹੀ ਹੈ। ਮਾਝ ਮਹਿਲਾ ਪੰਜਵਾਂ। ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਧਨ ਮੂਰਤ ਚਸੇ ਪਲ ਘੜੀਆਂ, ਧਨ ਸੋ ਹੋਏ ਸੰਯੋਗਾ ਜੀਓ। ਉਦਮ ਕਰਤ ਮਨ ਨਿਰਮਲ ਹੁਆ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਜੇ ਰਾਰਾ ਪੂਰਾ ਹੋਵੇ, ਫਿਰ ਪੰਜਾਬੀ ਦਾ ਸ਼ਬਦ ਉਹਨੂੰ ਬੋਲਦੇ ਭਰਮ। ਜੇ ਪੈਰ 'ਚ ਰਾਰਾ ਵੇ, ਹਿੰਦੀ ਦਾ ਸ਼ਬਦ ਨੂੰ ਬੋਲਣਾ ਭ੍ਰਮ, ਜਿਹਨੂੰ ਹਿੰਦੀ ਵਿੱਚ ਕਹਿੰਦੇ ਭ੍ਰਮ। ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਨਾਮ ਨਿਧਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਅੰਤਰ ਬਾਹਰ ਤੇਰੀ ਬਾਣੀ, ਤੁਧ ਆਪ ਕਥੀ ਤੈ ਆਪ ਵਖਾਣੀ। ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਓ। ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪਹਿਨਨ ਨਾਮ ਭੋਜਨ ਥੀਆ। ਨਾਮ ਰੰਗ ਨਾਮ ਚੋਜ ਤਮਾਸ਼ੇ, ਨਾਉ ਨਾਨਕ ਕੀਨੇ ਭੋਗਾ ਜੀਓ। ਕਹਿੰਦੇ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਉਹ ਵੇਲਾ ਧਨ ਸੀ ਜਦੋਂ ਮੈਨੂੰ ਗੁਰੂ ਮਿਲਿਆ, ਜਦੋਂ ਮੇਰੇ ਗੁਰੂ ਨਾਲ ਮਿਲਾਪ ਹੈ, ਉਹ ਵੇਲਾ ਧਨ ਹੈ, ਧਨ। ਵਾਹ ਵਾਹ, ਧਨ ਕਹਿੰਦੇ ਵਾਹ ਵਾਹ। ਜੇ ਆਪਾਂ ਕਹਿੰਦੇ ਧੰਨ ਗੁਰੂ ਨਾਨਕ, ਧੰਨ ਗੁਰੂ, ਉਹਦਾ ਮਤਲਬ ਵਾਹ। ਜਿਹੜਾ ਧੰਨ ਸ਼ਬਦ ਹੈ ਨਾ, ਉਹਦਾ ਅਰਥ ਹੈ ਵਾਹ। ਅਤੇ ਜਿਹੜਾ ਵਾਹ ਸ਼ਬਦ ਹੈ ਉਹ ਹੈ ਅਰਬੀ ਭਾਸ਼ਾ ਦਾ। ਹੁਣ ਵਾਹੋ ਵਾਹ ਨਹੀਂ ਪੜ੍ਹਨਾ, ਜਿਵੇਂ ਕਈ ਪੜ੍ਹਦੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਹੜਾ ਵਾਹ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਹੈ, ਜਿਹਦਾ ਮਤਲਬ ਧੰਨ ਧੰਨ। ਸੋ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਉਹ ਵੇਲਾ
ਕਹਿੰਦੇ ਧਨ ਹੈ, ਬਹੁਤ ਚੰਗਾ ਜਦੋਂ ਮੈਨੂੰ ਪਰਮਾਤਮਾ ਗੁਰੂ ਮਿਲਿਆ। ਸਫਲ ਦਰਸ਼ਨ ਪੇਖ ਨੇਤਰ ਪੇਖਤ ਤਰਿਆ। ਜਦੋਂ ਮੈਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕੀਤੇ, ਮੇਰਾ ਜੀਵਨ ਸਫਲਾ ਹੋ ਗਿਆ। ਗੁਰੂ ਦੇ ਦਰਸ਼ਨ ਕਰਕੇ ਪੇਖਤ ਦੇ ਕੇ ਤਰਿਆ, ਮੈਂ ਭਵ ਸਾਗਰ ਤੋਂ ਤਰ ਗਿਆ। ਧਨ ਮੂਰਤ ਚਸੇ ਪਲ ਘੜੀਆਂ, ਧਨ ਸੋ ਓਏ ਸੰਯੋਗਾ ਜੀ। ਉਹ ਮੂਰਤ, ਉਹ ਮੁਹੂਰਤ ਚਸੇ, ਸਭ ਤੋਂ ਛੋਟੇ ਚਸਾ ਹੁੰਦਾ, ਵਿਸੂਏ ਫਿਰ ਅੱਗੇ ਅੱਗੇ ਚੱਲਦਾ। ਉਹ ਸਮਾਂ ਪਲ, ਉਹ ਪਲ, ਉਹ ਘੜੀਆਂ ਧਨ ਨੇ। ਸੋ ਉਹ ਸੰਯੋਗਾ ਜੀ, ਅਤੇ ਉਹ ਮਿਲਾਪ ਦਾ ਸਮਾਂ, ਸੰਯੋਗ ਹੁੰਦਾ ਮਿਲਾਪ, ਅਤੇ ਉਹ ਮਿਲਾਪ ਦਾ ਸਮਾਂ ਧਨ, ਉਹ ਘੜੀਆਂ ਧਨ, ਉਹ ਪਲ ਚਸੇ ਧਨ, ਉਹ ਮੁਹੂਰਤ ਧਨ, ਜਦੋਂ ਕਹਿੰਦੇ ਪਰਮਾਤਮਾ ਨਾਲ ਮੇਲ ਹੋਇਆ। ਉਦਮ ਕਰਤ ਮਨ ਨਿਰਮਲ ਹੋਆ। ਇੱਥੇ ਉਦਮ ਹੈ ਨਾਮ ਜਪਣ ਦਾ। ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰਨਾ ਸੀ, ਆਲਸੀ ਨਹੀਂ ਹੋਣਾ। ਹਰ ਕਹਿੰਦੇ ਉਦਮੀ ਹੋਵੋ। ਗੁਰੂ ਕੇ ਭਾਈ ਅੰਮ੍ਰਿਤ ਵੇਲੇ ਉਠੋ, ਉਠੋ, ਆਲਸੀ ਨਹੀਂ ਹੋਣਾ, ਉਠੋ। ਉਹ ਕਹਿੰਦੇ ਫਿਰ ਨਾਮ ਜਪੋ, ਬਾਣੀ ਪੜ੍ਹੋ। ਉਠੋ, ਨਹਾਓ ਧੋ, ਨਾਮ ਜਪੋ, ਬਾਣੀ ਪੜ੍ਹੋ। ਉਦਮੀ ਹੋਣਾ ਹੈ, ਆਲਸੀ ਨਹੀਂ ਹੋਣਾ। ਉਦਮ ਕਰਤ ਮਨ ਨਿਰਮਲ ਹੋਆ। ਜਦੋਂ ਮੈਂ ਨਾਮ ਜਪਣ ਦਾ ਉਦਮ ਕੀਤਾ, ਮੇਰਾ ਮਨ ਨਿਰਮਲ ਹੋ ਗਿਆ। ਹਰ ਮਾਰਗ ਚਲਤ ਪ੍ਰਮ ਸਗਲਾ ਖੋਇਆ। ਜਦੋਂ ਹਰੀ ਦੇ ਰਾਹ 'ਤੇ ਮੈਂ ਤੁਰਿਆ, ਮੇਰੇ ਤੋਂ ਸਾਰਾ ਭਰਮ ਹੀ ਖਤਮ ਹੋ ਗਿਆ। ਕਿ ਜਦੋਂ ਮੈਂ ਹਰੀ ਦੇ ਮਾਰਗ 'ਤੇ ਚੱਲਿਆ, ਹਰੀ ਦਾ ਮਾਰਗ ਕੀ ਹੈ? ਨਾਮ ਜਪਣਾ। ਜਦੋਂ ਕਦੇ ਮੈਂ ਇਸ ਨਾਮ ਜਪਣ ਵਾਲੇ ਮਾਰਗ 'ਤੇ ਚੱਲਿਆ, ਮੇਰੇ ਤੋਂ ਸਾਰਾ ਭਰਮ ਖਤਮ ਹੋ ਗਿਆ। ਨਾਮ ਨਿਧਾਨ ਸਤਿਗੁਰੂ ਸੁਣਾਇਆ। ਨਾਮ ਜੋ ਖਜ਼ਾਨਾ ਹੈ, ਹਰ ਇੱਕ ਚੀਜ਼ ਦਾ ਖਜ਼ਾਨਾ। ਨਾਮ 9 ਨਿਧੀਆਂ ਦਾ ਖਜ਼ਾਨਾ ਹੈ, 18 ਸਿੱਧੀਆਂ ਦਾ ਖਜ਼ਾਨਾ ਹੈ। ਨਾਮ ਜਪਣ ਨਾਲ 9 ਨਿਧੀਆਂ ਮਿਲਦੀਆਂ ਨੇ। ਸੰਸਾਰਿਕ ਧਨ ਮਿਲਦਾ ਹੈ, 18 ਸਿੱਧੀਆਂ ਮਿਲਦੀਆਂ, 18 ਕਰਾਮਾਤੀ ਸ਼ਕਤੀਆਂ ਮਿਲਦੀਆਂ। ਨਾਮ 'ਚ ਇੰਨੀ ਤਾਕਤ ਹੈ। ਸੋ ਕਹਿੰਦੇ ਨਾਮ ਨਿਦਾਨ, ਨਾਮ ਜੋ ਖਜ਼ਾਨਾ ਹੈ, ਸਤਿਗੁਰੂ ਸੁਣਾਏ। ਗੁਰੂ ਨੇ ਜਦੋਂ ਮੈਨੂੰ ਨਾਮ ਦਿੱਤਾ, ਮਿਟ ਗਏ ਸਗਲੇ ਰੋਗਾ ਜੀ। ਮੇਰੇ ਸਾਰੇ ਰੋਗ ਹੀ ਖਤਮ ਹੋ ਗਏ, ਮੇਰੇ ਸਾਰੇ ਦੁੱਖ ਹੀ ਖਤਮ ਹੋ ਗਏ। ਜੋ ਜੋ ਦੀਸੈ ਸੋ ਸੋ ਰੋਗੀ, ਜਿਹੜਾ ਕਿ ਨਾ, ਪਰ ਜੋ ਕਹਿੰਦੇ ਉਹ ਬਿਮਾਰ, ਉਹ ਦੁਖੀ ਹੈ। ਰੋਗੀ ਤਾਂ ਭਾਵੇਂ ਦੁਖੀ ਹੈ, ਇਹ ਨਹੀਂ ਕਿ ਬਿਮਾਰ ਹੈ, ਭਾਵੇਂ ਦੁਖੀ ਹੈ। ਜੋ ਵੀ ਕਹਿੰਦੇ ਦਿਸ ਰਿਹਾ ਉਹ ਦੁਖੀ ਹੈ। ਸੋ ਕਹਿੰਦੇ ਸਾਰੇ ਰੋਗ ਭਾਵ ਸਾਰੇ ਦੁੱਖ ਸਮਾਪਤ ਹੋ ਗਏ। ਅੰਤਰ ਬਾਹਰ ਤੇਰੀ ਬਾਣੀ। ਹਰ ਥਾਂ 'ਤੇ ਅੰਦਰ ਅਤੇ ਬਾਹਰ ਪਾ, ਹਰ ਥਾਂ 'ਤੇ ਹੇ ਪਰਮਾਤਮਾ, ਹਰ ਥਾਂ 'ਤੇ ਤੇਰੀ ਬਾਣੀ ਹੀ ਚੱਲਦੀ ਹੈ। ਤੁਧ ਆਪ ਕਥੀ ਤੈ ਆਪ ਵਖਾਣੀ। ਤੈ ਮੈਨੇ ਅਤੇ, ਤੂੰ ਆਪ ਹੀ ਇਸ ਦਾ ਵਰਣਨ ਕੀਤਾ ਹੈ ਅਤੇ ਆਪ ਹੀ ਦੂਜਿਆਂ ਨੂੰ ਸੁਣਾ ਰਿਹਾ। ਤੂੰ ਆਪ ਹੀ ਕਥਾ ਕਰ ਰਿਹਾ, ਆਪ ਹੀ ਦੂਜਿਆਂ ਨੂੰ ਸੁਣਾ ਰਿਹਾ। ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਓ। ਗੁਰੂ ਨੇ ਕਿਹਾ ਪਰਮਾਤਮਾ ਵਰਗਾ ਹੋਰ ਕੋਈ ਹੋਣਾ ਹੀ ਨਹੀਂ। ਬਸ ਇੱਕ ਪਰਮਾਤਮਾ ਆਪਣੇ ਆਪ 'ਚ ਹੈ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ। ਨਾ ਹੋਏਗਾ ਅਤੇ ਨਾ ਕੋਈ ਹੋਣਾ ਉਹ ਜਿਹਾ। ਅੰਮ੍ਰਿਤ ਰਸ ਹਰ ਗੁਰ ਤੇ ਪੀਆ। ਅੰਮ੍ਰਿਤ ਰਸ, ਨਾਮ ਰਸ, ਹਰੀ ਦਾ ਨਾਮ ਰਸ ਗੁਰੂ ਦੇ ਰਾਹੀਂ ਪੀਤਾ। ਮੈਂ ਕਹਿੰਦਾ ਕਿਉਂ? ਨਾਮ ਦੀ ਦਾਤ ਗੁਰੂ ਦਿੰਦਾ ਹੈ। ਫਿਰ ਬੰਦਾ ਨਾਮ ਜਪਦਾ ਹੈ, ਉਹਨੂੰ ਇਸ ਨਾਮ ਦੇ ਵਿੱਚ ਰਸ ਆਉਂਦਾ ਹੈ,
ਉਹਨੂੰ ਅੰਮ੍ਰਿਤ ਰਸ ਕਹਿੰਦੇ ਨੇ। ਉਹ ਰਸ ਜਿਹੜਾ ਮਨੁੱਖ ਨੂੰ ਅਮਰ ਕਰ ਦੇਣ ਵਾਲਾ ਹੈ। ਭਾਵ ਗੁਰੂ ਦੇ ਰਾਹੀਂ ਮੈਂ ਪਰਮਾਤਮਾ ਦਾ ਅੰਮ੍ਰਿਤ ਰਸ ਪੀਤਾ। ਹਰ ਪਹਿਨਣ ਨਾਮ ਭੋਜਨ ਥੀਆ। ਪਰਮਾਤਮਾ ਦਾ ਨਾਮ ਹੀ ਮੇਰੇ ਲਈ ਪਹਿਨਣ ਪਾ ਪੁਸ਼ਾਕ ਹੈ। ਨਾਮ ਹੀ ਮੇਰੇ ਲਈ ਭੋਜਨ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਲਈ ਕੱਪੜੇ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਲਈ ਭੋਜਨ ਹੈ। ਨਾਮ ਰੰਗ, ਨਾਮ ਚੋਜ ਤਮਾਸ਼ੇ। ਨਾਮ ਦੇ ਨਾਲ ਹੀ ਪਿਆਰ ਕਰਨਾ। ਨਾਮ ਰਾਹੀਂ ਜੀ ਪਰਮਾਤਮਾ ਦੇ ਚੋਜ ਤਮਾਸ਼ਿਆਂ ਦਾ ਪਤਾ ਲੱਗਦਾ ਹੈ। ਨਾਉ ਨਾਨਕ ਕੀਨੇ ਭੋਗਾ ਜੀ। ਅਤੇ ਪਰਮਾਤਮਾ ਦੇ ਨਾਮ ਰੇ ਮਨੁੱਖ ਅਨੇਕਾਂ ਪ੍ਰਕਾਰ ਦੇ ਭੋਗ ਭੋਗਦਾ ਹੈ, ਅਨੇਕਾਂ ਪ੍ਰਕਾਰ ਦੇ ਆਨੰਦ ਮਾਣਦਾ ਹੈ। ਮਾਝ ਮਹਿਲਾ ਪੰਜਵਾਂ। ਸਗਲ ਸੰਤਨ ਪਹਿ ਵਸਤ ਇਕ ਮੰਗੋ। ਕਰੋ ਬੇਨੰਤੀ ਮਾਨ ਤਿਆਗੋ। ਵਾਰ ਵਾਰ ਜਾਈ ਲਖ ਵਰੀਆ। ਦੇਹੋ ਸੰਤਨ ਕੀ ਧੂਰਾ ਜੀਓ। ਕਹਿੰਦੇ ਸਗਲ ਸੰਤਨ ਕੀ, ਸਗਲ ਸੰਤਨ ਪਹਿ ਵਸਤ ਇਕ ਮੰਗ। ਮੈਂ ਸਾਰੇ ਸੰਤਾਂ ਤੋਂ ਇੱਕ ਵਸਤੂ ਮੰਗਦਾ ਹਾਂ, ਉਹ ਹੈ ਪਰਮਾਤਮਾ ਦਾ ਨਾਮ। ਸਗਲ ਸੰਤਨ ਪਹਿ ਕੋ ਪਹਿ ਮੈਨੇ ਕੋਲੋਂ, ਸਾਰੇ ਸੰਤਾਂ ਕੋਲੋਂ ਵਸਤ ਇੱਕ ਮੰਗੂ, ਮੈਂ ਇੱਕ ਵਸਤੂ ਮੰਗਦਾ ਹਾਂ। ਕਰੋ ਬੇਨੰਤੀ ਮਾਨ ਤਿਆਗੋ। ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ ਹਾਂ, ਮੈਂ ਹੰਕਾਰ ਛੱਡਦਾ ਹਾਂ। ਕਹਿੰਦੇ ਮੈਂ ਬੇਨਤੀ ਕਰਦਾ ਵੀ ਮੈਂ ਹੰਕਾਰ ਛੱਡ ਦਿਆਂ। ਵਾਰ ਵਾਰ ਜਾਈ ਲਖ ਵਰੀਆ। ਦੇਹੋ ਸੰਤਨ ਕੀ ਧੂਰਾ ਜੀਓ। ਹੇ ਪਰਮਾਤਮਾ ਤੂੰ ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜ ਦੇ ਦੇ। ਮੈਂ ਵਾਰ ਵਾਰ ਅਤੇ ਲੱਖਾਂ ਵਾਰੀ ਬਲਿਹਾਰ ਜਾਵਾਂਗਾ। ਵਾਰ ਵਾਰ ਜਾਈ ਬਲਿਹਾਰ ਜਾਵਾਂਗਾ, ਲੱਖ ਵਰੀਆ, ਲੱਖਾਂ ਵਾਰੀ। ਹੇ ਪਰਮਾਤਮਾ ਤੂੰ ਮੈਨੂੰ ਸੰਤਾਂ ਦੇ ਚਰਨ ਧੂੜ ਦੇ ਦੇ, ਮੈਂ ਲੱਖਾਂ ਵਾਰੀ ਤੇਰੇ ਤੋਂ ਬਲਿਹਾਰ ਜਾਵਾਂਗਾ। ਤੁਮ ਦਾਤੇ ਤੁਮ ਪੁਰਖ ਵਿਧਾਤੇ। ਤੁਮ ਸਮਰੱਥ ਸਦਾ ਸੁਖ ਦਾਤੇ। ਸਭ ਕੋ ਤੁਮ ਹੀ ਤੇ ਵਰਸਾਵੈ। ਅਵਸਰ ਕਰੋ ਹਮਾਰਾ ਪੂਰਾ ਜੀਓ। ਤੁਮ ਦਾਤੇ ਤੁਮ ਪੁਰਖ ਵਿਧਾਤੇ। ਤੁਸੀਂ ਦਾਤੇ ਹੋ। ਵਿਧਾਤੇ ਹੁੰਦਾ ਕਿਸਮਤਾਂ ਲਿਖਣ ਵਾਲਾ ਪਰਮਾਤਮਾ। ਤੁਸੀਂ ਮਨੁੱਖਾਂ ਦੀਆਂ ਕਿਸਮਤਾਂ ਲਿਖਣ ਵਾਲੇ ਹੋ, ਕਰਮਾਂ ਦਾ ਫਲ ਦੇਣ ਵਾਲੇ ਹੋ। ਤੁਸੀਂ ਦਾਤੇ ਹੋ। ਤੁਮ ਸਮਰੱਥ ਸਦਾ ਸੁਖ ਦਾਤੇ। ਤੁਸੀਂ ਸਮਰੱਥ ਹੋ, ਤੁਸੀਂ ਸਦਾ ਹੀ ਸੁਖ ਦੇਣ ਵਾਲੇ ਹੋ। ਸਭ ਕੋ ਤੁਮ ਹੀ ਤੇ ਵਰਸਾਵੈ। ਵਰਸਾਵੈ ਦਾ ਲਾਭ ਉਠਾਉਣਾ। ਸਾਰੇ ਤੇਰੇ ਤੋਂ ਹੀ ਲਾਭ ਉਠਾਉਂਦੇ ਹਨ। ਅਵਸਰ ਕਰੋ ਹਮਾਰਾ ਪੂਰਾ ਜੀਓ। ਕਹਿੰਦੇ ਸਾਡਾ ਜਿਹੜਾ ਜੀਵਨ ਦਾ ਸਮਾਂ ਮਿਲਿਆ ਇਸ ਨੂੰ ਪੂਰਾ ਕਰ ਦਿਓ। ਪਰ ਸਾਡਾ ਜੀਵਨ ਸਫਲਾ ਹੋ ਜਾਏ। ਜਿਹੜਾ ਸਾਨੂੰ ਅਵਸਰ ਮਿਲਿਆ ਨਾ, ਇਹ ਕਹਿੰਦੇ ਪੂਰਾ ਕਰ ਦਿਓ। ਸਾਨੂੰ ਜਿਹੜਾ ਮੌਕਾ ਮਿਲਿਆ ਪਰਮਾਤਮਾ ਦੇ ਨਾਮ ਜਪਦਾ, ਇਹ ਕਹਿੰਦੇ ਪੂਰਾ ਕਰ ਦਿਓ। ਦਰਸ਼ਨ ਤੇਰੇ ਭਵਨ ਪੁਨੀਤਾ। ਆਤਮ ਗੜ੍ਹ ਬਿਖਮ ਤਿਨਾ ਹੀ ਜੀਤਾ। ਤੁਮ ਦਾਤੇ ਤੁਮ ਪੁਰਖ ਵਿਧਾਤੇ। ਤੁਧ ਜੇਵੜ ਅਵਰਨਾ ਸੂਰਾ ਜੀਓ। ਦਰਸ਼ਨ ਤੇਰੇ ਭਵਨ ਪੁਨੀਤਾ। ਤੇਰੇ ਦਰਸ਼ਨ ਕਰਕੇ ਤਾਂ ਮਨ ਰੂਪੀ ਭਵਨ ਪਵਿੱਤਰ ਹੋ ਜਾਂਦਾ ਹੈ। ਭਵਨ ਘਰ ਨੂੰ ਕਹਿੰਦੇ ਨੇ, ਇੱਥੇ ਭਾਵ ਹੈ ਮਨ, ਹਿਰਦਾ। ਤੇਰੇ ਦਰਸ਼ਨ ਕਰਕੇ ਜਿਹੜਾ ਹਿਰਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਆਤਮ ਗੜ੍ਹ ਬਿਖਮ ਤਿਨਾ ਹੀ ਜੀਤਾ। ਜਿਹੜੇ ਫਿਰ ਤੇਰੇ ਦਰਸ਼ਨ ਕਰ ਲੈਂਦੇ ਨੇ, ਜਿਹੜਾ ਅੰਦਰ ਆਤਮਾ ਹੈ, ਪਰਮਾਤਮਾ ਜੋ ਹੈ, ਬਿਖਮ ਔਖਾ ਗੜ੍ਹ ਕਿਲਾ, ਉਹ ਬਹੁਤ ਔਖੇ ਕਿਲੇ ਦੇ ਅੰਦਰ ਵਸਦਾ ਹੈ। ਤਿਨਾ ਹੀ ਜੀਤਾ। ਜਿਨ੍ਹਾਂ ਤੇਰੇ ਦਰਸ਼ਨ ਕਰ ਲਏ ਉਹ ਇਸ ਕਿਲੇ ਨੂੰ ਜਿੱਤ ਜਾਂਦੇ ਹਨ ਅਤੇ ਤੇਰੇ ਤੱਕ ਪਹੁੰਚ ਜਾਂਦੇ ਨੇ। ਤੁਮ ਦਾਤੇ ਤੁਮ ਪੁਰਖ ਵਿਧਾਤੇ। ਹੇ ਵਿਧਾਤੇ ਪ੍ਰਭੂ, ਹੇ ਦਾਤਾਂ ਦੇਣ ਵਾਲੇ ਪਰਮਾਤਮਾ,
हे किस्मਤਾਂ ਲਿਖਣ ਵਾਲੇ ਪਰਮਾਤਮਾ, ਤੁਧ ਜੇਵੜ ਅਵਰ ਨਾ ਸੂਰਾ ਜੀ, ਸੂਰਾ ਮਨ ਬਹਾਦਰ, ਤੇਰੇ ਜਿੱਡਾ ਹੋਰ ਕੋਈ ਬਹਾਦਰ ਹੀ ਨਹੀਂ ਹੈ। ਰੇਨ ਸੰਤਨ ਕੀ ਮੇਰੇ ਮੁਖ ਲਾਗੀ, ਦੁਰਮਤ ਬਿਨਸੀ ਕਬੁੱਧ ਅਭਾਗੀ, ਸਚ ਕਰ ਬੈਸ ਰਹੇ ਗੁਣ ਗਾਏ, ਨਾਨਕ ਬਿਨਸੇ ਕੂਰਾ ਜੀਓ। ਰੇਨ ਸੰਤਨ ਕੀ ਮੇਰੇ ਮੁਖ ਲਾਗੀ, ਮੁਖ ਮਨ ਮਸਤਕ ਮੱਥੇ 'ਤੇ, ਸੰਤਾਂ ਦੀ ਚਰਨ ਧੂੜ ਮੇਰੇ ਮੱਥੇ 'ਤੇ ਲੱਗੀ। ਦੁਰਮਤ ਬਿਨਸੀ, ਮੇਰੇ ਅੰਦਰ ਜਿਹੜੀ ਭੈੜੀ ਮੱਤ ਸੀ ਉਹ ਖਤਮ ਹੋ ਗਈ। ਕਬੁੱਧ, ਜਿਹੜੀ ਭੈੜੀ ਬੁੱਧੀ ਸੀ ਅਭਾਗੀ, ਉਹ ਦੌੜ ਗਈ। ਭੈੜੀ ਮੱਤ ਖਤਮ ਹੋ ਗਈ, ਭੈੜੀ ਬੁੱਧੀ ਅੰਦਰੋਂ ਦੌੜ ਗਈ। ਸੱਚ ਕਰ ਬੈਸ ਰਹੇ ਗੁਣ ਗਾਏ, ਹੁਣ ਸੱਚ ਘਰ ਹੁੰਦਾ ਪਰਮਾਤਮਾ ਦਾ ਘਰ। ਹੁਣ ਪਰਮਾਤਮਾ ਦੇ ਘਰ 'ਚ ਬੈਠ ਕੇ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ। ਨਾਨਕ ਬਿਨਸੇ ਕੂਰਾ ਜੀ, ਕੂਰਾ ਮਨੇ ਝੂਠ। ਅੰਦਰ ਜੋ ਕੂੜ ਕਬਾੜ ਹੈ ਉਹ ਖਤਮ ਹੋ ਜਾਂਦਾ ਹੈ, ਅੰਦਰ ਜੋ ਝੂਠ ਹੈ ਉਹ ਖਤਮ ਹੋ ਜਾਂਦਾ ਹੈ, ਅੰਦਰ ਸੱਚ ਪ੍ਰਵੇਸ਼ ਕਰ ਜਾਂਦਾ ਹੈ। ਫਿਰ ਮਨੁੱਖ ਦਾ ਜੀਵਨ ਮਨੋਰਥ ਪੂਰਨ ਹੋ ਜਾਂਦਾ ਹੈ ਅਤੇ ਮਨੁੱਖ ਫਿਰ ਪੂਰੀ ਤਰ੍ਹਾਂ ਸੁਖੀ ਹੋ ਜਾਂਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਸਾਡਾ ਫਰਜ਼ ਬਣਦਾ ਜਿੰਨਾ ਵੀ ਸਾਨੂੰ ਸਮਾਂ ਮਿਲੇ ਭਜਨ ਬੰਦਗੀ ਕਰਕੇ ਆਪਣਾ ਜੀਵਨ ਸਫਲਾ ਕਰਨਾ। ਦੋ ਹੀ ਗੱਲਾਂ ਯਾਦ ਰੱਖਣੀ, ਸ਼ੁਭ ਕਰਮ ਕਰਨੇ ਨੇ, ਨਾਮ ਜਪਣਾ ਹੈ। ਸ਼ੁਭ ਕਰਮ ਕਿਹੜੇ ਹੁੰਦੇ? ਉਹ ਕਰਮ ਜਿਨ੍ਹਾਂ ਨਾਲ ਕਿਸੇ ਦਾ ਨੁਕਸਾਨ ਨਾ ਹੁੰਦਾ ਹੋਵੇ। ਕਰਮ ਕਰਦਿਆਂ ਦੇਖ ਲੈਣਾ ਕਿ ਮੇਰੇ ਕਰਮ ਨਾਲ ਦੂਜੇ ਦਾ ਨੁਕਸਾਨ ਤਾਂ ਨਹੀਂ ਹੋਏਗਾ। ਜੇ ਨੁਕਸਾਨ ਹੋਏਗਾ ਉਹ ਕਰਮ ਨਹੀਂ ਕਰਨੇ, ਸਿੱਖ ਨੂੰ ਆਗਿਆ ਨਹੀਂ ਹੈ। ਅਸੀਂ ਉਹੀ ਕਰਮ ਕਰਨੇ ਹਨ ਜਿਸ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ, ਉਹਨੂੰ ਕਹਿੰਦੇ ਸ਼ੁਭ ਕਰਮ। ਅਤੇ ਨਾਲ ਨਾਮ ਜਪਣਾ। ਜਿਹੜਾ ਦੋ ਕੰਮ ਕਰਦਾ ਰਹਿੰਦਾ, ਗੁਰੂ ਮਹਾਰਾਜ ਕਿਰਪਾ ਕਰਦੇ ਉਹਨੂੰ ਜਿਉਂਦਾ ਹੀ ਮੁਕਤ ਕਰ ਦਿੰਦੇ ਹਨ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਅੱਗੇ ਤੋਂ ਖਿਆਲ ਰੱਖਣਾ, ਕਿਉਂਕਿ ਸਰਕਾਰ ਨੇ 6 ਵਜੇ ਗੁਰਦੁਆਰੇ ਬੰਦ ਕਰਨ ਦਾ ਹੁਕਮ ਦਿੱਤਾ ਭਾਈ ਇਕੱਠ ਨਾ ਹੋਵੇ। ਭਾਵ ਹੈ ਇਕੱਠ ਨਹੀਂ ਕਰਨਾ। ਇਹ ਕਥਾ ਵਾਰਤਾ ਰਿਲੇ ਹੁੰਦੀ ਰਹੇਗੀ। ਸਿਰਫ ਇੱਕ ਮੈਂ ਹੋਵਾਂਗਾ, ਇੱਕ ਜਿਹੜਾ ਕੈਮਰਾ ਮੈਨ ਹੈ ਜਦੋਂ, ਬਸ ਉਹ ਹੁੰਦੇ ਨੇ। ਬਾਕੀ ਸੰਗਤ ਨੂੰ ਬੇਨਤੀ ਹੈ ਕਿ ਕਿਸੇ ਨੇ 6 ਵਜੇ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਹੀਂ ਆਉਣਾ। ਉਦੋਂ ਪਹਿਲਾਂ ਆ ਜਾਣਾ ਜਿਹਨੇ ਆਉਣਾ, ਬੜੀ ਖੁਸ਼ੀ ਨਾਲ ਆ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।